पिता जी की याद अंदर धन गुरु ग्रंथ साहिब सच्चे पातशाह महाराज जियां दा आसरा लिया गया। गुरु ग्रंथ साहिब सच्चे पातशाह महाराज जियां दी पावन पवित्र बाणी दे श्री अखंड पाठ साहिब आओ कुछ न सके मेहमान जो तिहारी हम ना सकत कर सिफत तुम्हारी आप ले हो तुम कथा सुधारी। तेरे कवन कवन गुण कह कह गावा तू साहिब गुणी निधाना। तुम्हारी महिमा बरन न सकूं तू ठाकुर ऊंच भगवना। मूक उचरै शास्त्र खट बिंग गिरन चढ़ जाए। अंध लखै बदरो सुनै जो काल कृपा कराए। अंध लखै बदरो सुनै जो काल कृपा कराए। वालिए कुल आलम सरवरे कायनात रूहानियत के मुजस्मे दयालता के सागर रहमतां दे भंडारे हल्त पलत के रखियक दीन दुनिया के सहायक चबर शतर तख्त के मालक गरीब नवाज पातशाह धन 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 श्री गुरु ग्रंथ साहिब जी महाराज सतगुरु जियां दी पावन पवित्र हजूरी विखे सत संगत रूप अंदर जुड़ मिल बैठण का यह समा प्राप्त होया है। दर घर दे सिख सेवक स्वर्गवासी सरदार करतार सिंह जी तिन्हां दी मिठी प्यारी याद दे अंदर सरदार करतार सिंह जी होरां दे समूह परिवार वालों भाई जरमनजिंदर सिंह जी, भाई प्रभ सरवण सिंह जी और भाई दलजीत सिंह जी तिन्हां वालों रल मिल एकत्र हो करके अपने सत्कारयोग पिता जी की याद अंदर धन गुरु ग्रंथ साहिब सच्चे पातशाह महाराज जियां दा आसरा लिया गया है। इको घट करे सतगुरु गुरु ग्रंथ साहिब सच्चे पातशाह महाराज जियां दी पावन पवित्र बाणी दे श्री अखंड पाठ साहिब परसों के रोज तो सेवक परिवार के गृह विखे आरंभ होए सन। सतगुरु जियां ने मेहरामत कृपा की है। बाणी आद तो मद तो अंत निर्विघ्नता सहित संपूर्ण भोग पाए गए हैं। आओ कुछ समा सतगुरु साहिब जी की पावन पवित्र हजूरी अंदर बैठकर गुरमुख विचारां
ਆਪ ਸੰਗਤ ਦੇ ਨਾਲ ਸਾਂਝੀਆਂ ਕਰਨ ਦਾ ਹੁਕਮ ਸੇਵਕ ਪਰਿਵਾਰ ਵੱਲੋਂ ਹੋਇਆ ਹੈ। ਤਰਸ ਸਤਿਗੁਰੂ ਜੀ ਬਖਸ਼ਿਸ਼ ਕਰਨਗੇ। ਅਗਾਧ ਬੁੱਧ ਬਾਣੀ ਦੀ ਵਿਚਾਰ ਆਪ ਗਰੀਬ ਨਿਵਾਜ ਸਿਰ ਤੇ ਹੱਥ ਰੱਖ ਕਰਕੇ ਕਰਵਾ ਲੈਣ। ਇਹ ਅਰਦਾਸ ਹੈ। ਆਪ ਜਿਤਨੇ ਸਰੀਰ ਜੁੜ ਬੈਠੇ ਹੋ, ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਸਾਹਮਣੇ ਅਰਦਾਸ ਕਰੀਏ। ਗਰੀਬ ਨਿਵਾਜ ਜਿੱਥੇ ਅਸੀਂ ਸਰੀਰ ਕਰਕੇ ਤਨ ਕਰਕੇ ਜੁੜ ਕੇ ਬੈਠੇ ਹਾਂ, ਸਾਡਾ ਮਨ ਸਾਡੀ ਸੁਰਤ ਆਪ ਜੀ ਦੇ ਸ਼ਬਦ ਬਾਣੀ ਅੰਦਰ ਜੁੜ ਜਾਵੇ, ਤਾਂ ਕਰਕੇ ਇੱਥੇ ਬੈਠਣ ਦਾ ਇਹ ਜਿਹੜਾ ਸਮਾਂ ਹੈ ਇਹ ਸਤ ਸੰਗਤ ਹੋ ਨਿਬੜੇ, ਇਹ ਸਫਲ ਹੋ ਜਾਵੇ। ਸਤਿਗੁਰਾਂ ਨੂੰ ਸੀਸ ਝੁਕਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਫਤਿਹ ਸਾਨੂੰ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਦੇ ਅੰਦਰ ਜਿਉਂ ਤੋਂ ਇਹ ਸ੍ਰਿਸ਼ਟੀ ਪੈਦਾ ਹੋਈ ਹੈ, ਮਨੁੱਖ ਦਾ ਸੁਭਾਅ, ਮਨੁੱਖ ਦੇ ਰਹਿਣ ਸਹਿਣ ਦਾ ਢੰਗ, ਮਨੁੱਖ ਦੇ ਵਿਚਰਨ ਦਾ ਤਰੀਕਾ ਸਮੇਂ-ਸਮੇਂ ਤੇ ਬਦਲਦਾ ਰਿਹਾ। ਜੋ ਅਸੀਂ ਅੱਜ ਹਾਂ, ਜਿੱਦਾਂ ਦਾ ਜੀਵਨ ਸਾਡਾ ਅੱਜ ਹੈ, 50 ਸਾਲ ਪਹਿਲਾਂ ਇੱਦਾਂ ਦਾ ਜੀਵਨ ਨਹੀਂ ਸੀ। ਜੋ ਅੱਜ ਤੋਂ 50 ਸਾਲ ਪਹਿਲਾਂ ਸੀ, ਉਹਦੇ ਤੋਂ ਪਿੱਛੇ ਝਾਤ ਮਾਰ ਲਓ, ਇੱਕ ਸਦੀ ਹੋਰ ਬੜਾ ਫਰਕ ਸੀ। ਸਮੇਂ-ਸਮੇਂ ਤੇ ਇਸ ਸੰਸਾਰ ਦੇ ਵਿੱਚ ਵਸਣ ਵਾਲਿਆਂ ਦੇ ਵਿਹਾਰ ਵਿੱਚ, ਵਿਚਰਨ ਵਿੱਚ ਤਬਦੀਲੀ ਆਈ ਹੈ। ਇਨਸਾਨ ਦੀ ਦੌੜ ਸੰਸਾਰ ਦੇ ਅੰਦਰ ਮੋਹ ਦੇ ਉੱਤੋਂ ਸ਼ੁਰੂ ਹੋ ਕਰਕੇ ਲੋਭ ਲਾਲਚਾਂ ਦੇ ਵਿੱਚ ਫਸ ਕਰਕੇ ਰਹਿ ਗਈ ਹੈ। ਜਿਹੜਾ ਅੱਜ ਦਾ ਹੁਣ ਸਮਾਂ ਚੱਲ ਰਿਹਾ ਹੈ, ਇਸ ਸਮੇਂ ਦੇ ਅੰਦਰ ਬਹੁਤਾਂਤ ਬਿਰਤੀ ਜਿਹੜੀ ਹੈ ਉਹ ਰੋਟੀ ਕੱਪੜੇ ਤੇ ਮਕਾਨ ਤੱਕ ਸੀਮਿਤ ਹੋ ਕੇ ਰਹਿ ਗਈ ਹੈ। ਅਸੀਂ ਇਹਨਾਂ ਤਿੰਨੇ ਚੀਜ਼ਾਂ ਤੋਂ ਮੁਨਕਰ ਨਹੀਂ ਹੋ ਸਕਦੇ। ਇਹ ਸਾਡੀ ਜ਼ਰੂਰਤ ਹੈ। ਤਨ ਤੇ ਕੱਪੜਾ ਪਾਉਣਾ ਇਹ ਸਾਡੀ ਇੱਕ ਜ਼ਰੂਰਤ ਹੈ। ਪੇਟ ਨੂੰ ਪ੍ਰਸ਼ਾਦੇ ਦੀ, ਭੋਜਨ ਦੀ ਲੋੜ ਹੈ। ਇਹਦੇ ਤੋਂ ਬਿਨਾਂ ਜੀਵਨ ਦੀ ਜਿਹੜੀ ਹੈ ਉਹ ਆਸ ਨਹੀਂ ਕੀਤੀ ਜਾ ਸਕਦੀ। ਇਹ ਲੋੜ ਹੈ। ਰਹਿਣ ਵਾਸਤੇ ਘਰ ਵੀ ਚਾਹੀਦਾ ਹੈ, ਮਨ ਦੀ ਸਾਡੀ ਆਸ ਵੀ ਹੈ ਤੇ ਸਰੀਰ ਦੀ ਲੋੜ ਵੀ ਹੈ। ਪਰ ਇਹ ਸੰਸਾਰੀ ਮਿਥਿਆ ਹੈ ਜਿਹਨੂੰ ਮਨੁੱਖ ਨੇ ਆਪਣੀ ਜ਼ਿੰਦਗੀ ਦਾ ਅਖੀਰਲਾ ਸੱਚ ਸਮਝ ਲਿਆ। ਪਰ ਜਦੋਂ ਗੁਰੂ ਕੀ ਬਾਣੀ ਵੱਲ ਝਾਤ ਮਾਰੀਏ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕੁਝ ਹੋਰ ਸਮਝਾਉਂਦੇ ਨੇ ਜੋ ਅਸਲ ਸੱਚ ਹੈ। ਜੋ ਅਸੀਂ ਮੰਨ ਬੈਠੇ ਹਾਂ ਇਹ ਸੱਚ ਨਹੀਂ ਹੈ। ਜਿਹਦੇ ਤੋਂ ਅਸੀਂ ਕਿਨਾਰਾ ਕਰ ਰਹੇ ਹਾਂ, ਅਸਲ ਸੱਚ ਉਹ ਹੈ ਜਿਹੜਾ ਗੁਰੂ ਕੀ ਬਾਣੀ ਦੇ ਵਿੱਚ। ਸੰਸਾਰ ਦੀ ਵਿਦਿਆ ਕਿਤੇ ਨਾ ਕਿਤੇ ਜਾ ਕੇ ਹੋ ਸਕਦਾ ਹੈ ਝੂਠੀ ਪੈ ਜਾਂਦੀ ਹੋਵੇ, ਪੈ ਜਾਵੇ, ਪਰ ਜਿਹੜੀ ਬ੍ਰਹਮ ਦੀ ਵਿਦਿਆ ਹੈ, ਗੁਰੂ ਕੀ ਬਾਣੀ ਹੈ, ਇਹ ਬਾਣੀ ਕਦੇ ਵੀ ਸਮਾਂ ਬੀਤਣ ਦੇ ਨਾਲ ਇਹਦੇ ਵਿੱਚ ਰੱਤਾ ਭਰ ਵੀ ਫਰਕ ਨਹੀਂ ਪੈਂਦਾ, ਝੂਠ ਨਹੀਂ ਆਉਂਦਾ। ਸਾਹਿਬ ਦੀ ਬਾਣੀ ਨੇ ਵਚਨ ਕਿਹਾ, ਸਤਿਗੁਰੂ ਜੀ ਕਹਿੰਦੇ ਨੇ, ਵਾਹ ਵਾਹ ਬਾਣੀ ਨਿਰੰਕਾਰ ਹੈ, ਜਿਸ ਜੀਵੜ ਅਵਰ ਨ ਕੋਇ। ਰੱਬ ਰੂਪੀ ਇਹ ਬਾਣੀ ਦੇ ਵਚਨ, ਇਹਦੀ ਬਰਾਬਰੀ ਕਿਸੇ ਕੋਲੋਂ ਨਹੀਂ। ਔਰ ਉਹ ਕਰਤਾ ਪੁਰਖ ਵਾਹਿਗੁਰੂ ਜਿਹਦੇ ਮਿਲਾਪ ਵਾਸਤੇ ਇਹ ਬਾਣੀ ਹੈ, ਜਿਹਦੇ ਨਾਲ ਜੁੜਨ ਦਾ ਤਰੀਕਾ, ਰਸਤਾ, ਮਾਰਗ ਇਹ ਬਾਣੀ ਦਰਸਾਉਂਦੀ ਹੈ। ਸਾਹਿਬ ਨੇ ਉਹਦੀ ਬਾਬਤ ਵੀ ਬੋਲ ਕਹਿ ਦਿੱਤੇ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ। ਸਤਿਗੁਰੂ ਕਹਿੰਦੇ ਉਹ ਨਿਤ ਹੈ, ਨਵਿਆਉਣ ਯੋਗ ਹੈ, ਨਿਤ ਨਵੀਆਂ ਦਾਤਾਂ ਦੇਣ ਵਾਲਾ, ਬਖਸ਼ਿਸ਼ਾਂ ਕਰਨ ਵਾਲਾ ਹੈ। ਹੁਣ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ ਮਨੁੱਖ ਜਦੋਂ ਕੇਵਲ ਰੋਟੀ ਕੱਪੜਾ ਅਤੇ ਮਕਾਨ ਪਰਿਵਾਰ ਦੇ ਵਿੱਚ ਉਲਝ ਕੇ ਰਹਿ ਜਾਂਦਾ ਹੈ,
पर गुरु की बाणी कुछ होर कहती है। साहिब की बाणी का एक वचन असी रोज श्रवण करते हैं। सतगुरु साहिब की सोदर की पावन बाणी अंदर असी रोज ये वचन सुनते हैं। साहिब कहते हैं, भाई प्राप्त मानुख देवरिया, गोबिंद मिलन की एक तेरी बलिया। दो पंक्तियां एक ते इहदे तो अगे वचन किया, अवर काज तेरा कितै ना काम, मिल साध संगत पज केवल नाम। गुरु अनुसार जिंदगी जिउना किस चीज नूं कहंदे है, जे समझना होवे ते इन्हां पावन पंक्तियां की व्याख्या विचों सानूं सारा कुछ प्राप्त हो जाए। साहिब जी कहते हैं, भाई प्राप्त मानुख देवरीआ। एक बहुत वड्डा भुलेखा है इंसान के अंदर, जिस भुलेखे नूं मैं किया जाता है। मैं आ कर दिता, मैं इन्ना धन जोड़ लिया, मैं इन्ने किले वधा लए, मैं इन्नियां मंजिलों वाली कोठी पा लई है, मेरा बैंक बैलेंस इन्ना है। ये एक बहुत बड़ा भरम है इंसान के अंदर, मैं दा मेरी दा, जिहड़ा अगे चल के हौमे का एक बड़ा वड्डा रूप बन जाता है। साहिब कहते भलिया इस शरीर नूं लै करके, शरीर के साधना वसीलियां नूं लै करके जिन्नी भी मैं तू खिलारी हुई है ना, याद रखी इस शरीर के देनहार निरंकार वाहिगुरू जी ने। तू आप नहीं है, मत तू जाने कि तेरी किसी चतुराई या सियाणप चलाकी इहदे करके शरीर मिलिया नहीं। साहिब कहते भाई प्राप्त तैनूं प्राप्त हुई है। मानुख देवरिया, ये मनुखा देह की तैनूं दात मिली है, ये परमेश्वर वालों तैनूं दात दी गई है। महाराज साहिब जी को फिर सवाल करे जग्यासु के पातशाह कि देह दिती क्यों है, इस देह के नाल करना की है। संसारी बंदा कहेगा आ जग मिठा, अगला किन डिठा। संसारी बंदा कहेगा खाओ पियो मौज करो, समय विआह के ते चलो सारियां ने मर जाना। पर सतगुरु की बाणी या गुरु प्यारे इतना नहीं सोचते। उन्होंने गुरु की बाणी का आसरा लैके ये वचन समझे है, गोबिंद मिलन की एह तेरी बरिया। ये वारी है, ये समा है अकाल पुरख वाहिगुरु जी नूं मिलन दा। यही समा क्यों है? इस समय विच, इस देह विच विशेषता ही की है कि इंसान तो वध ताकतवर जानवर बहुत ने, इंसान तो वध सियाणे पशु पंछी बथेरे ने, इंसान तो वध तेज दौड़ाक बड़े ने जानवरां विच। पर सतगुरु ने मनुख नूं कहा कि गोबिंद मिलन की एह तेरी बरिया। उहदा एक कारण है, जिहड़ी समझ करता पुरख वाहिगुरु जी ने इंसान नूं दे दित्ती है, वो समझ किसी पंछी कोल, किसी जानवर कोल, किसी होर दूजे कोल नहीं है। असीं परिवार विच विचरदे हैं, समाज विच विचरदे हैं, असीं अपने भले ते बुरे की समझ रखते। सानू अपने परिवार के रिश्ते नातियां की अहमियत पता है। असीं शर्म ते धर्म दो चीज़ां नाल लैके चलते हैं। जानवरां विच ऐसा नहीं है। असीं सड़क ते चलदे होइए, सानू पता है कि जे सड़क ते पैदल चलना है तो एक पासे होके तुरना पवेगा, विचों क्रॉस करांगे तुरांगे ते साडा नुकसान हो जाएगा। आउंदा होया साधन वाहन कोई सट मार सकता, पर जानवर इदां नहीं सोच सकते। साहिब की बाणी ने इथों तक कह दिता। सतगुरु कहते ने, इस धरती मैं तेरी सिकदारी, अवर जोन तेरी पनहारी। ऐ बंदे, उस करता पुरख वाहिगुरु जी ने तैनू धरती का सरदार बना के भेजे है। होर जिन्नियां भी जूना ने, वो सारियां जूना तेरी अकल ते तेरी सियाणप दा पानी भरदियां ने। तेरे कोल लियाकत इन्नी है, तू चाहे तां एक ताकतवर जानवर शेर
ਸਰਕਸ ਦੇ ਵਿੱਚ ਤੇਰੇ ਇਸ਼ਾਰਿਆਂ ਤੇ ਨੱਚ ਸਕਦਾ ਹੈ। ਤੂੰ ਚਾਹੇ ਏਡੇ ਵਿਸ਼ਾਲ ਕੱਦ ਦਾ ਹਾਥੀ ਸਰਕਸ ਵਿੱਚ ਇਨਸਾਨ ਦੀ ਬਦੌਲਤ ਹੀ ਲੋਕਾਂ ਦਾ ਮਨੋਰੰਜਨ ਕਰਦਾ ਹੈ। ਤੂੰ ਚਾਹੇ ਇਹ ਇਨਸਾਨ ਤੇਰੀ ਬਦੌਲਤ ਹੀ ਇੱਕ ਤੇਜ਼ ਦੌੜਾਕ ਜਿਹੜਾ ਘੋੜਾ ਹੈ ਉਹ ਆਵਾਜਾਈ ਦੇ ਸਾਧਨਾਂ ਲਈ ਵਰਤਿਆ ਜਾਂਦਾ ਰਿਹਾ। ਇਨਸਾਨੀ ਮਾਦੀ ਇਦਾਂ ਦੀ ਹੈ, ਸਤਿਗੁਰੂ ਨੇ ਕਿਹਾ ਅਵਰ ਜੋਨ ਤੇਰੀ ਪਨਿਹਾਰੀ, ਤੂੰ ਸਾਰਿਆਂ ਨੂੰ ਆਪਣੇ ਹੁਕਮ ਵਿੱਚ ਚਲਾ ਸਕਦਾ ਹੈ। ਹੁਣ ਇਸ ਤੋਂ ਅੱਗੇ ਇਨਸਾਨ ਦਾ ਹੁਕਮ ਸੰਸਾਰ ਦੀਆਂ ਹੋਰ ਜਾਤੀਆਂ ਤੇ ਨਸਲਾਂ ਤੇ ਚੱਲ ਸਕਦਾ ਹੈ, ਪਰ ਜੇ ਇਨਸਾਨ ਕਿਤੇ ਪਰਮੇਸ਼ਰ ਦੇ ਵਾਹਿਗੁਰੂ ਦੇ ਹੁਕਮ ਵਿੱਚ ਚੱਲ ਆਵੇ ਤਾਂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ। ਫਿਰ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹਦਾ ਅਸਲ ਅਰਥ ਸਮਝ ਆ ਜਾਂਦਾ ਹੈ। ਇਨਸਾਨ ਬਹੁਤਿਆਂ ਨੂੰ ਆਪਣੇ ਹੁਕਮ ਵਿੱਚ ਚਲਾਉਣਾ ਚਾਹੁੰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਜਦੋਂ ਆਪ ਕਿਤੇ ਹੁਕਮ ਵਿੱਚ ਚੱਲਣ ਦੀ ਗੱਲ ਆਵੇ ਨਾ ਤੇ ਫਿਰ ਅਸੀਂ ਕਿਨਾਰਾ ਕਰ ਜਾਂਦੇ। ਔਰ ਗੁਰੂ ਸਾਹਿਬ ਨੇ ਤੇ ਕਿਰਪਾ ਹੀ ਬੜੀ ਕੀਤੀ ਹੈ ਸਿੱਖ ਤੇ। ਸਿੱਖ ਨੂੰ ਕਿਸੇ ਸਰੀਰ ਦੇ ਹੁਕਮ ਵਿੱਚ ਚੱਲਣ ਲਈ ਨਹੀਂ ਕਿਹਾ, ਸਿੱਖ ਨੂੰ ਕਿਸੇ ਮੜੀ ਮੱਟ ਜੰਡ ਕਰੀਰ ਦੇ ਹੁਕਮ ਹੀ ਨਹੀਂ ਲਾਇਆ। ਨਹੀਂ, ਸਾਹਿਬ ਨੇ ਕਿਹਾ ਸਿੱਖ ਨੇ ਤੇ ਜੇ ਹੁਕਮ ਵਿੱਚ ਚੱਲਣਾ ਹੈ, ਰਜ਼ਾ ਵਿੱਚ ਚੱਲਣਾ ਹੈ, ਤੇ ਉਹ ਕੇਵਲ ਗੁਰੂ ਦੀ ਤੇ ਅਕਾਲ ਪੁਰਖ ਵਾਹਿਗੁਰੂ। ਸਤਿਗੁਰੂ ਨੇ ਕਿਹਾ ਨਾ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੁਕਮ ਵਿੱਚ ਚੱਲਣਾ ਹੈ। ਅਸੀਂ ਕਿਸੇ ਇਨਸਾਨ ਦੀ ਵੀ ਨਾ ਸੁਣੀਏ। ਬਾਣੀ ਪੜ੍ਹਨ ਵਾਲਿਆਂ ਦਾ ਸਤਿਕਾਰ ਹੈ, ਸਾਧੂ ਜਨਾਂ ਦੀ ਵਡਿਆਈ ਹੈ ਸੰਸਾਰ ਅੰਦਰ ਰਹੇਗੀ, ਪਰ ਜਦੋਂ ਹੁਕਮ ਦੀ ਗੱਲ ਆਵੇਗੀ, ਰੱਬ ਦੇ ਪਿਆਰੇ ਵੀ ਗੁਰੂ ਦਾ ਹੁਕਮ ਹੀ ਸੁਣਾਉਂਦੇ ਨੇ। ਰੱਬ ਦੇ ਪਿਆਰੇ ਜਿਹੜੇ ਅਸਲ ਪਰਮੇਸ਼ਰ ਨਾਲ ਜੁੜੇ ਨੇ, ਉਹ ਆਪਣੀ ਮੈਂ ਦਾ ਵਿਖਾਵਾ ਨਹੀਂ ਕਰਦੇ, ਉਹ ਤਾਂ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਤੇ ਪਰਮੇਸ਼ਰ ਨਾਲ ਜੋੜਦੇ। ਤੋ ਸਤਿਗੁਰੂ ਨੇ ਕਿਹਾ ਭਲਿਆ ਗੋਬਿੰਦ ਮਿਲਣ ਕੀ ਇਹ ਤੇਰੀ ਭਰੀਆ, ਇਹ ਤੇਰੀ ਵਾਰੀ ਹੈ, ਇਹ ਤੇਰਾ ਸਮਾਂ ਹੈ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਿਲਾਪ ਦਾ। ਜਿਸ ਵਾਰੀ ਨੂੰ, ਜਿਸ ਸਮੇਂ ਨੂੰ ਅਸੀਂ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਸਾਰੀ ਦੁਨੀਆ ਦੇ ਧੰਦਿਆਂ ਦਾ ਫਿਕਰ ਚੁੱਕ ਕੇ ਤੇ ਭੁਲਾ ਬੈਠੇ। ਸਤਿਗੁਰੂ ਦੀ ਬਾਣੀ ਨੇ ਬੜੇ ਸੁੰਦਰ ਬੋਲ ਕਹੇ ਨੇ। ਸਾਹਿਬ ਕਹਿੰਦੇ ਨੇ ਜਦੋਂ ਇੱਕ ਛੋਟਾ ਬੱਚੇ ਦੇ ਰੂਪ ਅੰਦਰ ਇਨਸਾਨ ਮਾਂ ਦੀ ਕੁੱਖ ਵਿੱਚ ਸੀ ਨਾ, ਤੇ ਉਸ ਵੇਲੇ ਇੱਕ ਅਰਦਾਸ ਕੀਤੀ ਸੀ, हे ਅਕਾਲ ਪੁਰਖ ਵਾਹਿਗੁਰੂ, ਮੈਂ ਇਸ ਸਮੇਂ ਤੋਂ, ਇਸ ਕੁੱਖ ਤੋਂ ਨਿਜਾਤ ਚਾਹੁੰਦਾ, ਮੈਂ ਸੰਸਾਰ ਵੇਖਣਾ ਚਾਹੁੰਦਾ। ਉੱਥੇ ਅਰਦਾਸ ਸ਼ਬਦਾਂ ਵਿੱਚ ਨਹੀਂ ਸੀ, ਉੱਥੇ ਸੁਰਤ ਜੁੜੀ ਹੋਈ ਸੀ, ਤੇ ਨਾਲ ਇਹ ਕਿਹਾ ਸੀ, हे ਕਰਤਾ ਪੁਰਖ ਵਾਹਿਗੁਰੂ, ਤੂੰ ਮੈਨੂੰ ਸੰਸਾਰ ਤੇ ਭੇਜ, ਮੈਂ ਸੰਸਾਰ ਵਿੱਚ ਜਾ ਕੇ ਤੇਰਾ ਪੱਲਾ ਨਹੀਂ ਛੱਡਾਂਗਾ, ਤੇਰੇ ਨਾਲ ਜੁੜਿਆ ਰਹਾਂਗਾ। ਜਿਵੇਂ ਇੱਥੇ ਕੁੱਖ ਵਿੱਚ ਜੁੜੇ ਹਾਂ, ਉਸੇ ਤਰ੍ਹਾਂ ਮੈਂ ਸੰਸਾਰ ਵਿੱਚ ਵੀ ਤੇਰੇ ਆਸਰੇ ਦੇ ਨਾਲ, ਤੇਰੇ ਭਰੋਸੇ ਦੇ ਨਾਲ ਚੱਲਾਂਗਾ। ਔਰ ਸਾਹਿਬ ਕਹਿੰਦੇ ਹੋਇਆ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਪਰਮੇਸ਼ਰ ਦੇ ਨਾਲੋਂ ਲਿਵ ਟੁੱਟ ਗਈ, ਉਹ ਸਾਂਝ ਖਤਮ ਹੋਈ, ਤੇ ਜੋਰ ਕਿਨੇ ਪਾਲਿਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਸੰਸਾਰ ਦੇ ਵਿਸ਼ੇ ਵਸਤੂਆਂ ਨੇ, ਸੰਸਾਰ ਦੀ ਤ੍ਰਿਸ਼ਨਾ ਤਮਾਂ ਨੇ ਇੰਨਾ ਸਾਡੇ ਤਨ ਤੇ ਮਨ ਤੇ ਜ਼ੋਰ ਲਾ ਲਿਆ, ਜ਼ੋਰ ਪਾ ਦਿੱਤਾ ਕਿ ਅਸੀਂ ਸੰਸਾਰੀ ਚਕਾ ਚੌਂਦ ਵਿੱਚ ਵਸੇ ਹੋਏ ਪਰਮੇਸ਼ਰ ਨੂੰ ਵਿਸਾਰ ਬੈਠੇ। ਜਿਹਨੂੰ ਸਾਹਿਬ ਨੇ ਇਉਂ ਕਿਹਾ, ਸਤਿਗੁਰੂ ਜੀ ਕਹਿੰਦੇ ਨੇ ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਜਦੋਂ ਮਾਂ ਦੀ ਕੁੱਖ ਤੋਂ ਸਰੀਰ ਦਾ ਜਨਮ ਹੋਇਆ, ਹੌਲੀ ਹੌਲੀ ਸਮਾਂ ਪਾ ਕੇ ਪਰਮੇਸ਼ਰ ਭੁੱਲਦਾ ਗਿਆ, ਤੇ ਦੁਨੀਆ ਦੇ ਨਾਲ ਅਸੀਂ ਆਪਣਾ ਚਿੱਤ, ਆਪਣਾ ਮਨ ਜੋੜ ਲਿਆ। ਇੱਥੇ ਹੀ ਬਸ ਨਹੀਂ, ਸਤਿਗੁਰੂ ਨੇ ਸਾਡੇ ਜੀਵਨ ਦੀ ਇੱਕ ਇੱਕ ਘਟਨਾ ਨੂੰ ਸਾਹਿਬਾਂ ਨੇ ਬਾਣੀ ਅੰਦਰ ਦਰਜ ਕੀਤਾ ਕਿ ਅਸੀਂ ਜੁੜੇ ਕਿੱਥੇ ਕਿੱਥੇ ਹਾਂ। ਅਸੀਂ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਵਾਰੀ ਨੂੰ, ਸਮੇਂ ਨੂੰ ਛੱਡ ਕੇ, ਇਹਦੇ ਤੋਂ ਅਵੇਸਲੇ ਹੋ ਕੇ ਅਸੀਂ ਚਲੇ ਕਿਹੜੇ ਪਾਸੇ ਗਏ। ਸਾਹਿਬ ਨੇ
बड़ा सुंदर समझाया गुरु नानक देव महाराज साहिब जी ने। सतगुरु कहते ने पहले प्यार लगा थण दुध, गिणी चलियो भी असीं जुड़े किथे किथे। जीवन है साडा, सतगुरु ने दसिया। साहिब कहते जदों बच्चा जन्म लैंदा है ना, उदों उन्होंने संसार के बारे कोई ज्ञान नहीं है। माँ कौन है, पिता कौन है, मैं अमीर के घर जन्मिया, गरीब के घर जन्मिया, मैं किहड़ी धरती ते पैदा होया, किहड़े लोकां विच किहड़ी जात मजहब नस्ल च पैदा होया, उन्होंने कोई भी किसी तरह का ज्ञान नहीं। उदों केवल इको चीज़ है, जित ध्यान में जदों भुख लगती है तो वो पेट की भुख फिर जदों तंग करती, बच्चा रोंदा है, रोंदे हुए बच्चे को माँ दुध पिया के चुप करा देती है। वो पहली दात, पहला प्यार जिहड़ा साहिब कहते पहले प्यार लगा थण दुध। मां नूं दुध की दात परमेश्वर देण वाला है, पर एक बच्चे का उस दुध के नाल न्यों लग गया, प्यार लग गया। अगला वचन की कीता, दूजे माए बाप की सुध। समा अगे अपनी चाल चलिया, जीवन थोड़ा जिहा होर अगे होया। उस बच्चे को हुण माँ बाप की समझ आई कि ये मेरे माँ बाप मेरे पालनहारे ने, मेरी रखवाली करते हैं, मैनू हर वेले हर जरूरत के नाल निवाजते हैं। इस तो अगे तीजे भैया भापी बेब, चौथे प्यार उपन्नी खेड़। दुध तो प्यार शुरू होया, माँ बाप के नाल लगा। एक पहला इकल्ला दुध सी, फिर माँ बाप जुड़े, फिर अपने भैणों भरावां की समझ आई, वो भी एक चीज होर जुड़ गई, भैणों भरावां दे नाल स्नेह वध गया। चौथे प्यार उपन्नी खेड़। फिर साहिब कहते ने जुड़दियां जुड़दियां हुण खेड प्यारी हो गई। साडे सारियां दे घरां विच बच्चे ने। अज चलो पुरानियां खेडां नहीं रहियां, पुराना समा किदां दा सी जिहड़ा मेरे नालों तुसां ने बहुता वध वेखिआ है। जदों छोटे बच्चे बाहर इकट्ठे होकर गली विच खेडदे हुंदे सी ना, ते खेड विच इन्ने मस्त हो जाते सी, पिछों माँ ने आवाज़ां भी मारनियां ते वो खेड छड्ड के ते घर नूं नहीं सी आउंदे हुंदे, भावें कि माँ ने कुछ खाण नूं ही देना होवे, उन्हां नूं खेड प्यारी सी। अज समा बदल गया, बाहर गली की खेड मुक गई ते आ मोबाइल साडे बच्चियां दे हत्थां विच है। बस मोबाइल फड़िया होवे, ना किसी आए का पता, ना गए का पता, ना माँ की सुध, ना बाप की सुध। वो मस्त ने, उन्होंने अपनी एक दुनिया 8-10 इंच की, जिहदे विचों खोबे हुए ने, ना खाण का पता, ना पीण का, ना पहनण का, ना सौण का, ना उठण का। समा ही इदां दा चल गया। ये सतगुरु की बाणी ने अज तो 5 सदियां पहला दर्शाता है भाई, एक इंसान का बच्चे रूप अंदर प्यार खेड नाल किन्ना। चौथे प्यार उपन्नी खेड। अगला वचन कीता, पंजवें खाण पीण की धात। फिर एक समा जिन्हों जवानी भी कह लो जां किशोर अवस्था कह लो, जिहड़ी साडे सारियां ते लंघ के गई है। जदों सानू बाहरी पदार्थ बड़े चंगे लगदे, जदों खाण पीण दीयां वस्तुआं विच साडा ध्यान बड़ा रहिंदा है। साहिब कहंदे हुण वो खाण पीण विच इंसान रुझिया होया। छिवै काम ना पुछै जात। एक समा इदां दा हुंदा जदों विकार हावी हो जाते हैं, काम जाए विकार इंसान को फिर उच्ची नीवी जात का ख्याल भी नहीं करन देते। सतवें संध किया घर वास, अठवें क्रोध हुआ तन नास। साहिब कहते हुण बचपन सी, बचपन तो अगे जवानी आई, समा आया, माँ प्यो ने सोचा हुण तेरे कबीलदारी का समा, उन्होंने ब्याह कर दिता। अपने धीआं पुत्रां विच रुझ गया, धन दौलत कमाउण विच, परिवार पालण विच रुझिआ, उहदे विच रुझे होए दा समा बतीत हुंदा जा रिहा। समा इदां दा आया जिन्हां धीआं पुत्रां दी खातर दौलत कमाई, वो धीआं पुत्र हुण इहदे आखे भी नहीं लगदे। आपां वेखदे हां ना साडा समाज अज हाल इदां दा है, घर का बजुर्ग किते अपनी दोती पोतरी पोतरे पोतरी नूं किते टोक दे ना किसी गलों, हालांकि बुजुर्गों की कही हुई गल सियाणी उन्हां जिंदगी का तजर्बा है, ते अग्यों मूँह वटिया जाता है कि साडा पापा साडी बीबी सानू रोकते हैं। हालांकि वो किसी कारण करके रोकणगे, वो सदा ही सही पासे वाल तुरन की प्रेरणा देणगे। साहिब कहते जदों
माँ बाप के कहने तो बच्चे बाहर होंगे ने, फिर माँ बाप का क्रोधित होना लाजमी है। 8वें क्रोध हुआ तन नाश। हुण जदों घर दे कबीलदार जी ने ते सारी जिम्मेवारी ओदी मनी ना जावे तो उन्होंने जाहिर गल है क्रोध आवेगा। उस क्रोध के सदके शरीर में औगण पैदा होंदे, चिंता पैदा हुई तां शरीर का नुकसान, रोग वधणगे। क्रोध आया तां रोग वधणगे। साहिब कहते समा हौली हौली अपनी चाल चलदा है, नावे धौले उभे साह, 10वें दद्दा हुआ स्वाह। सतगुरु गरीब नवाज कहते हैं फिर समा एक इदां दा भी आउंदा है जदों अपने साहां ते भी इंसान का जोर नहीं रहिंदा, वो भी औखियां करदे ने। शरीर ते एक वेला इदां दा भी आउंदा है जदों बुजुर्गी की इंतहा हो जावे, वो शरीर जिहड़ा कई वो तुर के भी थकिया नहीं सी करदा, अज मंजे ते पिया साह लैण लग्या भी उन्होंने थकावट महसूस होंदी है। महाराज कहते ये साडा जीवन है। 10वें दद्दा हुआ सुआ। ते 10वीं अवस्था की है? श्वास ते शरीर का सुमेल टुटिया, आत्मा ते देह का मेल जिहड़ा सी वो खत्म होया। ते उहदे बाद साहिब कहते ने परिवार ने शरीर को शमशान ले जाके लकड़ां दे हवाले किया, अग दे हवाले किया, ते वो सुआह बन गई। हुण सतगुरु कहते ने ये साडा जीवन है, जिहड़ा जीवन करता पुरख वाहिगुरू जी के मिलाप वास्ते प्राप्त होया सी, उस जीवन नूं असीं संसारी धंधियां विच जोड़ के ते परमेश्वर के नाम नूं मनफी कर दिता। हुण इत्थे साडे मन विच एक ख्याल ये भी पैदा होवेगा कि ये संसार के धंधे, ये परिवार, इहदियां जिम्मेवारियां, इन्हां तो असीं भजना है? बिल्कुल नहीं। गुरु नानक देव महाराज जी के सिद्धांत ने सानू ये गल सिखाई है कि असीं परिवार दे विच रह के निरंकार की प्राप्ति करनी है। ये धर्म का न्यारा फलसफा गुरु नानक साहिब जी ने दिता है। जरूरी नहीं है कि तुसीं धर्मी बनना है तो परिवार छड्डो तो फिर धर्म मिलेगा, फिर रब मिलेगा। नहीं, साहिब ने कहा सी गृहस्थी बंदे जिड्डा त्यागी धर्मी कोई हो ही नहीं सकता। गृहस्थियां के घरां विचों धर्म की असल गल उठेगी जदों गृहस्थी बंदे परिवार विच किरतकार करदियां होइयां रब रब करनगे। तुहाडे ते मेरे विच एक फर्क है। मैं कथा करनी है, बाहर देशां विदेशां विच जाईदा, मेरे कोल होर कोई किरत नहीं। मैं सारी दिहाड़ी वेला, मैं नाम जपी जावां, बाणी पढ़ी जावां तो मैनूं कोई शाबाशी नहीं, क्योंकि मेरे कोल होर कोई काम ही नहीं। पर जिहड़े तुसीं हो जिन्हां ने जमीनां भी वाहुणीਆਂ, माल डंगर भी साਂਭਣਾ, परिवार की भी जिम्मेवारी है। जदों तुसीं नाम जपोगे तो गुरु तुहाडे ते वध प्रसन्न होवेगा, क्योंकि तुसीं धर्म की किरत करके तुसीं असल खांदे हो ते साडे वर्गियां दा भी ढिड भरदा है। सतगुरु ने गृहस्थियां नूं वड्डे दस्सिआ ते धर्मी बंदे जे धर्म के चोले पा के वेलड़ होके बह गए तो सतगुरु ने उन्होंने फिटकार भी पाई है। ये कोई एहसान नहीं है। जिहड़ा धर्मी है उसका फर्ज बन जाता है कि वो धर्म की सच की गल करे, ताकि उहदे सिखे हुए तो दसे हुए तो कोई लाभ लैके परमेश्वर नाल वाहिगुरू नाल जुड़े। साहिब ने कहा गोबिंद मिलन की यह तेरी बरिया, ये तेरा समा है निर्विरति दे विचों प्रविरति वाले पासे नूं जाना। ये गुरबाणी सानू सिखाउंदी है। असीं सारे एक उदाहरण आम सुनते हैं कि कमल का फुल चिकड़ दे विच खिलदा है, सारे चिकड़ वाल नहीं वेंदे, कमल के फुल वाल वेंदे। वो कमल के फुल नूं चिकड़ की शोह नहीं मिलती, ਉਹਦੇ ਸੁਹੱਪਣ ਨੂੰ ਸਲਾਹਿਆ ਜਾਂਦਾ ਹੈ। ਸਾਰਿਆਂ ਨੂੰ ਪਤਾ ਹੈ ਕਿ ਕਮਲ ਦਾ ਫੁੱਲ ਬਹੁਤ ਸੋਹਣਾ ਹੈ, ਉਹ ਚਿੱਕੜ ਤੋਂ ਪਰਵਿਰਤ ਹੈ, ਪਰ ਜੇ ਉਹਦਾ ਬੀਜ ਚਿੱਕੜ ਵਿੱਚ ਨਿਰਵਿਰਤ ਨਾ ਹੁੰਦਾ ਤੇ ਕਮਲ ਨੇ ਕਦੇ ਚਿੱਕੜ ਤੋਂ ਬਾਹਰ ਖਿਲਣਾ ਹੀ ਨਹੀਂ ਸੀ। ਜੇ ਚਿੱਕੜ ਵਿੱਚ ਬੀਜ ਪਿਆ ਤਾਂ ਹੀ ਉਹਦਾ ਸੁਹੱਪਣ ਦੁਨੀਆ ਦੇ ਸਾਹਮਣੇ ਆਇਆ। ਇਹਨੂੰ ਸਾਹਿਬ ਦੀ ਬਾਣੀ ਨੇ सतगुरु के सिद्धांत ने क्या निर्विरत हो के ते प्रविरत हो जाने।
जिवें एक मुरगाबी की उदाहरण आउंदी है कि मुरगाबी जदों पानी दे विच चलदी है तो उस वेले वो अपने खंभ गिले नहीं होण दिंदी। ये उहदी विशेषता गिणिया जाता है ना, पर उहदी विशेषता इस करके है कि खंभा नूं पानी नहीं लगन दिंदी, पर चलदी तां पानी विच। इस असीं ला लो कि बहुत वड्डा एक पंध जिहड़ा सी उहनूं असीं तय कर चुके हैं। 84 लाख जूनां दा एक पैंडा है, उस पैंडे नूं मुकाउण दा अवसर हुण है मनुखा देह दे कोल। जे इस देह विच भी ना मुकिया तो समझो कि एक बार फिर लम्मे पैंडे विच पै के अपने आप आत्मा नूं दुख देना पवे। किसी राहगीर ने कोई 200-400 कोह ते उहदी मंजिल है, उत्थे जाना होवे ते वो तुरिया बड़े ध्यान दे नाल सफर नूं तय करदा, पंध नूं मुकाउंदा, बड़ियां औखियाइयां झੱਲਦਾ, मंजिल के करीब पहुंच जावे। जदों नेड़े पहुंचे तो फिर उन्होंने लग जाए भुलेखा, या फिर वो रस्ते तो भटक के किते होर पासे चलिया जावे तो मंजिल उहदी आउण दी बजाय, नेड़े आउण दी बजाय मंजिल हो जाए दूर। उस राहगीर नूं कितना दुख लगेगा कि सारी कीती हुई मेहनत व्यर्थ चली जाएगी, शरीर की एनर्जी लगी, समा लगा, साधन लगे तो हथ पल्ले कुछ भी नहीं पिया। ये बिल्कुल इस तरह है। 84 लाख जूनां का एक लंबा पैंडा तय करने तो बाद हुण समा आया कि असीं करता पुरख वाहिगुरू जी दे विच अभेद हो जाइए, तो वो समा इसे देह विच प्राप्त होंदा है। जिन्होंने साहिब ने कहा गोबिंद मिलन की यह तेरी बरी आ, ये तेरी वारी है, तेरा समा है, तैनू एक अवसर दिता है कि भाई तू हुण चाहे तो अपना 84 लाख जूनां का चक्कर मुका के परमेश्वर के नाल एकमिक हो सकता है। तू चाहे तेरी मौज है, जे नहीं तो अगले गेड़ वास्ते फिर तैयार हो जाए। और जे तुसीं ये कहोगे कि इदां हुंदा है तो भगत साहिबान जी की गुरु की बाणी के विचों ही उदाहरण है। भगत नामदेव जी ने एक वचन किया, वो कहन लगे नामे नारायण नाही भेद। नामदेव ते नारायण अकाल पुरख दे विच हुण कोई भेद वखरेवा रह नहीं गया। वो एक मिकता, एक सारता, एक जुटता बनी किवें? ओदे नाम नूं जप के बनी, ओदे रजा ओदे हुक्म विच चल के बनी है। वो मेहनत कीती है, रब्बी बंदगी कीती तां बनी। जां बाबा कबीर साहिब जी ने भी एक वचन किया, वो कहते ने राम कबीरा एक भये हैं, कोई न सके पछानी। अब तो जाए चढ़े सिंहासन मिले सारंग पानी। राम कबीरा एक भये हैं, कोई न सके पछानी। डंके की चोट ते लिख के दे के गए है कबीर साहब ते गुरु ग्रंथ साहिब महाराज जी अंदर बोल दर्ज ने कि रब ते कबीर दे विच हुण कोई भेद नहीं रह गया। शरेआम ये ऐलान किया है। कई बार कह देने हैं ना केड़ा रब केड़ा मिलाप, कई सोच इदां दी रखते नहीं इंसान, पर असल गल की है जदों वो इस राह ते तुरे नहीं तो उन्होंने अनुभव भी कोई नहीं होना। जिहड़ी चीज मैं नहीं वेखी ਇਹਦਾ मतलब ये तो नहीं भी वो हो ही नहीं सकती। हुण जिहड़े बंदियां ने कनेडा अमेरिका नहीं वेखिया, सिर्फ सुनिया उहदे बारे, वो बंदा ये गल कहे कि ना कनेडा अमेरिका ते कोई चीज़ ही नहीं है, एवें कही जाते सारे, इदां ते नहीं ना। उन्होंने कहना पएगा भाई तू नहीं वेखिया, ਇਹਦਾ मतलब ये नहीं भी ਉਹਦੀ होंदी कोई नहीं है। जिन्हां प्यारियां ने, जिन्हां गुरमुखां ने, बंदगी वालियां ने परमेश्वर का साथ माणिया, उन्हां दे लई परमेश्वर साथ है, सदैव है, सदीवी है। ਜਿਹੜੇ इस राह ते किते एक पैर नहीं तुरे, उन्होंने तो आपे सारा कुछ झूठ ही जापना। सतगुरु के दो वचन, दो पंक्तियां मैं विचारियां साहिब जी के भई प्राप्त मानुख देहुरिया गोबिंद मिलन की यह तेरी बरिया, कि ये वारी है, ये समा है। हुण अगला वचन के असीं करना की है। साहिब कहते अवर काज तेरा कितै ना काम, मिल साध संगत भज केवल नाम। जदों ये पंक्ति पढ़ते हैं ना असीं कि अवर काज तेरा कितै ना काम, तो कई बार साडे मन में इदां दा भुलेखा, कई मेरी श्रेणी दियां ने इहदी व्याख्या भी इदां ही कीती है।
कि होर तेरे काम जिहड़े किसी अर्थ नहीं आने। नहीं भाई, सतगुरु इत्थे समझा की रहे हैं कि असल कर्म जिहड़ा है ना वो की है, साध संगत भज केवल नाम। परमेश्वर की बंदगी संगत विच बह के भगती करनी, उहदे करके ही मिलाप होवेगा। जे नाम जपण तो बिना, बंदगी करन तो बिना होर फोकट कर्म कांड कई करी जाइए ते आखिए कि परमेश्वर मिल जाएगा, इदां प्राप्त नहीं होण लगा। रब ना किसी दे पैसे ते रीझदा है, ना किसी दे दिते हुए दान वस्तुआं ते कदी रीझिया है। जे परमेश्वर रीझेगा ते वो भावना ते रीझदा है। भावना एक कुली विच बैठे हुए दी भी होवे ते ओहदी कुली नूं भी वो भाग ला दिंदा है। ते जे भावना तो सखना किते महिला विच बैठा है, ਉਹਦੇ ਵੱਲ परमेश्वर का ध्यान नहीं होगी। क्योंकि भाई गुरदास साहिब जी ने वचन किया, गोबिंद आओ भगत दा भुखा। परमेश्वर ਨੂੰ ਭੁੱਖ पैसे की नहीं है, गुरु ਨੂੰ ਭੁੱਖ किसी तरह के ਤੁਹਾਡੇ ਰੁਮਾਲਿਆਂ ਦੀ ਵਸਤੂਆਂ ਦੀ नहीं है। दसवंध ਜਿਹੜਾ है, मर्यादा ਜਿਹੜੀ है वो ਸਾਡੀ एक किरतकार ਨੂੰ ਸਫਲੀਆਂ ਕਰਨ ਦੀ, ਸਾਡੇ ਪ੍ਰਬੰਧ ਨੂੰ ਚਲਾਉਣ ਵਾਸਤੇ है। पर परमेश्वर ते गुरु केवल प्यार चाਹੁੰਦੇ। ਜਦੋਂ ਅਸੀਂ ਪਿਆਰ ਦੇ ਨਾਲ ਬਾਣੀ ਪੜ੍ਹੀਏ, ਜਦੋਂ ਪਿਆਰ ਦੇ ਨਾਲ ਅਸੀਂ ਬੰਦਗੀ ਭਗਤੀ ਕਰਾਂਗੇ, ਪਰਮੇਸ਼ਰ ਦਾ ਮਿਲਾਪ, ਗੁਰੂ ਦੀਆਂ ਖੁਸ਼ੀਆਂ ਸਾਡੇ ਜੀਵਨ ਵਿੱਚ ਆਉਣਗੀਆਂ। ਔਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਇੱਕ ਵਚਨ ਹੈ ਜੀ, ਸਤਿਗੁਰੂ ਕਹਿੰਦੇ ਨੇ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। सारी उम्र दान करी चलो, सारी उम्र तुसी धार्मिक स्थानों की यात्रा करो, जे मन में भावना नहीं ना तो वो शायद प्रवान ना हो। पर जे भावना है तो शायद कहते ने एक निमख मात्र की बंदगी भगती कीर्ति भी तुहानू इस संसार तो पार उतारा करा सकती। जिन्हों साहिब ने कहा, किनका एक जिस जी बसावै, ताकि महिमा गनी ना आवे। हंकार हौमे दे नाल पढ़े हुए पाठ सारी जिंदगी विच उन्ना फल नहीं देंदे जिन्ना एक निमख मात्र समय विच भावना विच भिज के गया होया बोल परमेश्वर की दरगाह प्रवान हो जाता है। तां ही सतगुरु ने सत संगत की महानता दसी, क्योंकि संगत दे विच पता नहीं किहड़ी रूह, किहड़ा मिलाप, किहड़ी भावना लैके आके बहिंदी। ਤੇ ਜਦੋਂ ਕੋਈ ਰੱਬ ਦਾ ਪਿਆਰਾ ਉਹਦੀ ਸੰਗਤ ਕਰਾਂਗੇ ਨਾ, ਫਿਰ ਸਾਡੇ ਔਗਣ, ਸਾਡੇ ਪਾਪ ਵੀ ਖਤਮ ਹੋ ਜਾਂਦੇ ਨੇ। ਸੰਗਤ ਦਾ ਅਸਰ ਹੈ ਉਹ ਚੰਗਿਆਂ ਦੇ ਮਾੜੇ ਕਰਮਾਂ ਵਾਲੇ ਪਾਸੇ ਵੀ ਤੁਰ ਪੈਂਦੀ। ਜਦੋਂ ਮਾੜੀ ਸੰਗਤ ਕਰੇ ਨਾ ਕੋਈ ਚੰਗਾ ਬੰਦਾ, ਤੇ ਉਹਦੇ ਚੰਗੇ ਕਰਮ ਜਿਹੜੇ ਨੇ ਉਹ ਮੰਨਫੀ ਹੋਣੇ ਸ਼ੁਰੂ ਹੋ ਜਾਂਦੇ। ਜਦੋਂ ਕੋਈ ਮਾੜਾ ਬੰਦਾ ਕਿਸੇ ਸਾਧੂ ਦੀ ਚੰਗੇ ਦੀ ਸੰਗਤ ਕਰ ਲਏ ਤੇ ਉਹਦੇ ਔਗਣ ਮੰਨਫੀ ਹੋ ਕੇ ਤੇ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਇੱਕ ਘਟਨਾ ਵਲੈਤ ਵਾਲੀ ਜਨਮ ਸਾਖੀ, ਪੁਰਾਤਨ ਜਨਮ ਸਾਖੀ ਦੇ ਅੰਦਰ ਦਰਜ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਤੇ ਭਾਈ ਮਰਦਾਨਾ ਜੀ ਜਗਤ ਜਲੰਦੇ ਨੂੰ ਤਾਰਦੇ ਹੋਏ ਜਾ ਰਹੇ ਨੇ। ਉਸ ਜਨਮ ਸਾਖੀ ਦੇ ਅੰਦਰ ਘਟਨਾ ਲਿਖੀ, ਪਰ ਉਹ ਕਿਹੜੇ ਪਿੰਡ ਕਿਹੜੇ ਗ੍ਰਾਂ ਦੀ ਇਹਦਾ ਜ਼ਿਕਰ ਨਹੀਂ ਕੀਤਾ ਗਿਆ। ਸੰਗਤ ਦੀ ਗੱਲ ਕਰਨ ਲੱਗਾ ਕਿ ਮਨਮੁਖ ਤੇ ਗੁਰਮੁਖ ਦੀ ਜਿਹੜੀ ਸੰਗਤ ਹੈ ਉਹਦਾ ਫਲ ਕੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ ਤੇ ਜਿਹੜੇ ਦਿਨ ਸਨ ਉਹ ਮੀਂਹ ਬਾਰਿਸ਼ਾਂ ਦੇ ਦਿਨ ਸਨ। ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਜੀ ਮੌਸਮ ਖਰਾਬ ਹੈ, ਮੀਂਹ ਦਾ ਵੇਲਾ ਬਣਦਾ ਜਾ ਰਿਹਾ ਹੈ, ਕਿਉਂ ਕਰੀਏ ਕਿ ਆਪਾਂ ਕਿਤੇ ਟਿਕਾਣਾ ਕਰ ਲਈਏ। ਤੇ ਧੰਨ ਸਤਿਗੁਰੂ गुरु नानक देव साहिब सच्चे पातशाह महाराज जी कह लगे, भाई मरदाना जी जेड़ा अगे नगर आवेगा आपां उत्थे टिकाणा कर लवांगे। चलदियां होया नगर आया। सतगुरु गरीब निवाज जी ने नगर के बाहर टिकाणा कर लिया। जब उत्थे टिकाणा कीता, जो साहिबां की मर्यादा सी, सच का उपदेश दृढ़ करवाउंदे ने सबना, उत्थे कथा कीर्तन की शहबर लग गई। दोवें वेले सतगुरु सच्चे पातशाह जी रबी बाणी का कथा कीर्तन जाप करते। हुण उस नगर के अंदर दो सज्जण रहिंदे, उन्हां दोहां सज्जणां दी
आपस में सांझ है पर बिरती दोवां दी वक्तो वखरी है। एक इदां दा सी जिहड़ा कि सत संगत करन वाला साधुआं दी रब दे प्यारिआं दी बंदगी करन वालिआं दी संगत विच जाके खुश हुंदा सी ते दूजा इदां दा सी जिहनूं विषय विकारां दी चेड़क सी। हुण दोवां दी है सांझ पर दोवां दी बिरती वखो वखरी है। दोवें पिंड तो निकलदे ने ते दोवां दा पिंडों बाहर निकल के रस्ता वक्तो वखरा हो जाता। ਜਿਹੜਾ ਉਹਨੂੰ ਗੁਰਮੁਖ ਸੀ ਉਹਨੂੰ ਪਤਾ ਲੱਗਾ ਕਿ ਸਾਡੇ ਪਿੰਡ ਦੇ ਬਾਹਰ ਸਾਧੂ ਸੰਤ ਆਏ ਨੇ। ਜਨਮ ਸਾਖੀ ਵਿੱਚ ਸੰਤ ਲਫ਼ਜ਼ ਲਿਖਿਆ ਕਿ ਕੋਈ ਸੰਤ ਆਏ ਨੇ, ਬੜਾ ਭਲਾ ਉਪਦੇਸ਼ ਦਿੰਦੇ ਨੇ। ਕਿ ਉਸ ਗੁਰਮੁਖ ਨੇ ਸੋਚਿਆ ਕਿ ਮੈਨੂੰ ਉਹਨਾਂ ਦੀ ਸੰਗਤ ਕਰਨੀ ਚਾਹੀਦੀ। ਨਿਤ ਦੇ ਨੇਮ ਅਨੁਸਾਰ ਘਰ ਤੋਂ ਨਿਕਲਿਆ, ਆਪਣੇ ਸੱਜਣ ਨੂੰ ਨਾਲ ਲਿਆ। ਕਹਿਣ ਲੱਗੇ ਕਿ ਸਾਨੂੰ ਪਤਾ ਲੱਗਾ ਹੈ ਪਿੰਡ ਤੋਂ ਬਾਹਰ ਕੋਈ ਸਾਧੂ ਸੰਤ ਆਏ ਨੇ, ਚੱਲ ਉਹਨਾਂ ਦੀ ਸੰਗਤ ਕਰਨ ਚੱਲੀਏ। ਹੁਣ ਸਰਪੰਚ ਸਰਦਾਰ ਕਰਤਾਰ ਸਿੰਘ ਉਹਨਾਂ ਦਾ ਪਰਿਵਾਰ ਬੜਾ ਭਾਗਾਂ ਵਾਲਾ ਪਰਿਵਾਰ, ਜਿਹੜੇ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਹਰ ਸਾਲ ਤੇ ਸਾਰਾ ਸਾਲ ਉਹਦੇ ਲਈ ਤਿਆਰੀਆਂ ਕਰਦੇ ਨੇ ਕਿ ਅਸੀਂ ਆਉਣ ਵਾਲੇ ਸਾਲ 'ਚ ਇਸ ਤਰ੍ਹਾਂ ਕਰਨਾ। ਤੇ ਰੀਤ ਜਿਹਨਾਂ ਬੱਚਿਆਂ 'ਚ ਆ, ਜਿਹਨਾਂ ਜਿਹੜੇ ਪਰਿਵਾਰ 'ਚ ਆ, ਉਹ ਕੁਦਰਤੀ ਉਹਨਾਂ ਨੇ ਆਪਣੇ ਬਜ਼ੁਰਗਾਂ ਦਾ ਸੁੱਖ ਲਿਆ, ਆਪਣੇ ਬਜ਼ੁਰਗਾਂ ਦੀ ਛਤਰ ਛਾਇਆ ਹੇਠ ਇੱਜ਼ਤ ਸਵੈਮਾਨ ਸੁਤੰਤਰਤਾ ਵਾਲਾ ਜੀਵਨ ਮਹਿਸੂਸ ਕੀਤਾ। ਸਮਾਜ ਵਿੱਚੋਂ ਆਪਣੇ ਬਜ਼ੁਰਗਾਂ ਦੀ ਵਜ੍ਹਾ ਨਾਲ ਸਾਰੇ ਪਰਿਵਾਰ ਨੂੰ ਇੱਜ਼ਤ ਮਿਲੀ। ਮੈਂ ਇਸੇ ਮਾਝੇ ਦਾ ਰਹਿਣ ਵਾਲਾ, ਮੈਂ ਤਕਰੀਬਨ ਛੋਟਾ ਜਿਹਾ ਹੁੰਦਾ ਇੱਥੇ ਸਾਰਾ ਕੁਝ ਦੇਖਿਆ ਹੈ। ਜਿਸ ਤਰ੍ਹਾਂ ਦਾ ਸਾਡਾ ਮਾਝੇ ਦਾ ਕਲਚਰ ਹੈ, ਸਾਡੀ ਫੀਲਡ ਹੈ, ਅਕਾਲੀ ਫੀਲਡ ਹੈ। ਤੋ ਖਾਸ ਕਰਕੇ ਇੱਥੋਂ ਦੇ ਅਕਾਲੀ ਲੀਡਰ ਜਿੰਨੇ ਵੀ ਸਰਦਾਰ ਮੋਹਨ ਸਿੰਘ ਜੀ ਤੋੜ ਹੋਣ, ਲਾਲਪੁਰਾ ਸਾਹਿਬ ਹੋਣ, ਉਪੋਕੇ ਸਾਹਿਬ ਹੋਣ, तो ਅਸੀਂ ਛੋਟੇ ਹੁੰਦਿਆਂ ਤੋਂ ਦੇਖ ਰਹੇ ਹਾਂ ਕਿ ਇਹਨਾਂ ਦਾ ਬੜਾ ਵਿਸ਼ਾਲ ਹਿਰਦਾ ਤੇ ਸੁਭਾਅ ਜਿਹੜਾ ਗੁਰੂ ਨੂੰ ਪਾਉਂਦਾ, ਸਾਦਗੀ ਵਾਲਾ ਜੀਵਨ ਤੇ ਹਰੇਕ ਨੂੰ ਆਪਣੇ ਪਰਿਵਾਰ ਦਾ ਮੈਂਬਰ ਸਮਝਣਾ, ਮਾੜੇ ਨੂੰ ਮਾੜੇ ਰਸਤੇ ਜਾਂਦਿਆਂ ਟੋਕਣਾ, ਚੰਗੇ ਨੂੰ ਸ਼ਾਬਾਸ਼ ਦੇਣੀ। ਕੋਈ ਬੱਚੀ ਨੰਗੇ ਸਿਰ ਦਿਸਣੀ ਤਾਂ ਉਹਨੂੰ ਕਹਿਣਾ ਕਿ ਇਹ ਸਿਰ ਢੱਕ ਕੇ ਤੁਰੀਦਾ, ਇਹ ਨਹੀਂ ਦੇਖਣਾ ਕਿ ਕਿਹਦੀ ਬੱਚੀ ਹੈ, ਆਪਣੀ ਬੱਚੀ ਸਮਝ ਕੇ। ਕਿਸੇ ਬੱਚੇ ਨੇ ਕੇਸਾਂ ਦੀ ਬੇਅਦਬੀ ਕੀਤੀ ਹੋਣੀ, ਉਹਨੂੰ ਟੋਕਣਾ ਕਿ ਪੁੱਤਰ ਵਾਲ ਨਹੀਂ ਕਟਾਈ ਦੇ। ਇਹ ਦਸਮ ਪਾਤਸ਼ਾਹ ਦੀ ਬੋਲ ਹੈ, ਅਸੀਂ ਸਿੱਖਾਂ ਦੇ ਪੁੱਤ ਹਾਂ। ਤੋ ਚਲਦੀ ਫਿਰਦੀ ਟਕਸਾਲ ਸਨ ਸਾਡੇ ਇਹ ਪੁਰਾਣੇ ਬਜ਼ੁਰਗ, ਜਿਨ੍ਹਾਂ ਤੋਂ ਅੱਜ ਅਸੀਂ ਵੰਚਿਤ ਹਾਂ। ਅੱਜ ਅਸੀਂ ਨਵਾਂ ਯੁੱਗ ਦੇਖ ਰਹੇ ਹਾਂ, ਪਰ ਨਵੇਂ ਯੁੱਗ ਦੇ ਵਿੱਚ ਬਰਬਾਦੀਆਂ ਵੀ ਸਾਡੇ ਸਾਹਮਣੇ ਨੇ। ਅਸੀਂ ਜੇ ਬਜ਼ੁਰਗ ਮਾਤਾ ਨੂੰ ਦੇਖਿਆ, ਅੱਜ ਜਿਹਦੀ ਉਮਰ 80-90 ਸਾਲ ਦੇ ਕਰੀਬ, ਤੋਂ ਸਾਦਗੀ ਵਾਲਾ ਜੀਵਨ, ਗੁਰੂ ਨਾਲ ਕਮਿਟਮੈਂਟ, ਸੰਗਤ ਦੀ ਸੇਵਾ। ਜਦੋਂ ਬਚਪਨ ਸੀ ਤੇ ਦਾਦੀ ਨੂੰ ਮਾਂ ਨੂੰ ਜਿਸ ਰੂਪ 'ਚ ਦੇਖਿਆ, ਜਿਸ ਸਾਦਗੀ 'ਚ ਦੇਖਿਆ, ਉਸੇ ਤਰ੍ਹਾਂ ਦਾ ਜੀਵਨ ਆਪ ਬਤੀਤ ਕੀਤਾ, ਉਸੇ ਤਰ੍ਹਾਂ ਦਾ ਸਹਿਜ अपना के सारी जिंदगी परिवार ਨੂੰ जोड़ के रखा। किते पिता की अंख ਨੂੰ चैलेंज नहीं किया, किते भरावां की अंख ਨੂੰ चैलेंज नहीं किया, पिता की पग ਨੂੰ दाग नहीं लगन दिता। जिथे वड्डियां ने आनंद काज तय किया, उत्थे सत करके मन्निया, और उन्होंने बच्चियां का सत करके मनना अज के वड्डे वड्डे परिवारों का नतीजा। तो असी उन्होंने समय देखा कि परिवार किसी बच्चे को पता नहीं सुनता मेरी जाति केड़ी ते मेरी मां केड़ी। तो इस तरह का चंगा माहौल सी। अज साडियां बच्चियां वो माहौल को अपना नहीं रही, काली कर रही हैं। तो ज्यादा अपने बड़िया को ज्यादा सुचेत अपने आप को समझदियां ने। यही वजह है कि साडे रिश्ते टुट रहे हैं, असीं अदालतां धक्के खा रहे हैं। तो सानू अपने बजुर्गों को जब असीं याद करते हैं
तो सानू याद रखना चाहिए कि जो कुछ साडे बजुर्गों ने सानू दिता वो बड़े सहज दे विच बिना किसी हेरा फेरी के बिना किसी उथलम पुथलम के बड़े सहज वाली जिंदगी जीव के दिता, संतोख वाली जिंदगी जीव के दिता। अज जरा ठगियां मार के घर बनाने जिहड़े साडे लोकां दे हिस्से आए ने, ना उन्हां सुख मिलिया ते ना मिलना। सुख उत्थे जिथे संतोख है, जिथे गुरु की भै भाव ली। तो असी महसूस कर रहे हैं कि साडे बजुर्गों ने बहुत ज़्यादा जायदादां नहीं बनाईयां, लेकिन जिन्नियां बणियां उन्हां च सर्व संतोख है ते बरकतां ने ते परमात्मा की कृपा नाल पिंडां च प्रेम भावना बनी हुई। अकाल पुरख सच्चे वाहिगुरू कृपा करे इस तरह बनी रहे। जिहड़ी साडे बजुर्गों की सोहबत है वह सानू मिले। असी अपने बजुर्गों की तरह अपने वड्डियां दा, अपने पूर्वजां दा धर्म खालसा धर्म को संभाल के रखिए, उन्होंने जायदादां संभाल के रखिए। अज असी मेरे तो पहला मेरे वीर ने गल की स्टेज तो कमेटी की, मैं महसूस करता है कि 100 साल पहला नरैणू महंत ने विचार किया। उदों के महंतों के कुछ परसेंट माड़े महंत सन, लेकिन अज तो 100% ही नजर आ रहे। अज जरा जो हालात ने साडी जमीनां सुरक्षित नहीं। गुरु घर दियां 80,000 एकड़ जमीन ने, 20,000 एकड़ जमीन ने जिहड़ियां गुरु घर दियां ने वाहीयोग जमीन। मैं तुहानूं छोटी जी मिसाल देना है चोला साहब की। चोला साहब तुहाडे लागे है, 350 एकड़ जमीन है। इत्थों दी 350 एकड़ जमीन भी नहर के कंढे दी है। जे तुसीं दूसरी जमीन किते 40,000 या 50,000 ठेका दिंदे ते 60 देण नूं तैयार हो, पर वो जमीनों का की मिल रहा है तुसीं जाके पता कर लो हासिल की हो रहा है। उत्थे एक बच्चियां का कॉलेज है, उत्थे प्रोफैसर नूं 8-8 महीने तो तनख्वाह नहीं मिली। गुरु घर इतिहासक मार्केट बनी हुई। तो जे साडे गुरधामां दा यही हाल रहा तो असीं कित्थे तरक्की करांगे। साडे बच्चे गरीब बच्चे रुल गए, एजुकेशन नहीं मिली। कोई साडी बादल सिंह नूं बीबी विधवा हो जाती है, कमाई का कोई साधन नहीं हुंदा, गुरु घर चों कोई आसरा नहीं। असी कोई बीमारी ना पीड़ित है, साडे कोल पैसे नहीं, सानू गुरु घर चों बीमारी का इलाज नहीं, कोई आसरा नहीं। असी हरिमंदर साहब चले जाने, मत्था टेकण नूं रात नूं कमरा नहीं मिलता। ये खामियां ने, ये खामियां अज तुहानूं नंगियां चिट्टियां नजर आ रही जदों तुसीं दिल्ली के बार्डर से बैठे अपने हकों लई। ते मुसीबतां ने कुछ किन्ने सुट्टिया सानूं ये तुहानूं चंगी तरह पता है। जिहड़े लोगों ने सैलो बनाए पंजाब जमीन आप दित्तियां, जमीनां की जिहड़ी फीस आ, जिहड़ी जमीनां की सरकारी फीस वो माफ की। ये कारपोरेट घराने साडे ते की परोपकार करन आ रहे सन, जिहड़ियां उन्हां नूं पंजाब दीयां जमीनां कौडियां दे भाव दे दित्तियां, सरकारी फीस नहीं लई। उन्हां दे वड्डे वड्डे टावर 1 रुपया लीज दे दित्ते, जमीन गुरु घर दी, जमीन सरकार दी। तो सानू की हासिल होया? बार्डर से बैठ के धक्के खाना। तो खालसा जी सवेरे से जाग पे तुसीं ते चंगी गल है कि तुसीं इस मूवमेंट दे विच किसी राजसी बंदे नूं एंटर नहीं कर देता। जदों तक राजसी बंदा एंटर नहीं होगा तुहाडे हक सुरक्षित होणगे। मेरा दावा है तुहाडी ये मेहनत, तुहाडी ये जदोजहद सफल होगी ते जल्दी सफलता के नतीजे तुहाडे सामने आउणगे। पर राजसी लोगों तो बचिए जिहड़े सानू धार्मिक तौर पर विखा गए ते पोलिटिकल तौर पर विखा गए। अब 100 साल हो गया, 100 साल जब कमेटी को बनया हो गया, सानू प्रबंधक कमेटी ये नहीं कह सकती कि असीं एक बच्चे को SSP बनाया, किसी एक बच्चे को डॉक्टर बनाया, किसी एक बच्चे को असीं इंजीनियर बनाया। कोई किसी की प्राप्ति जी साडे को है प्राप्ति के घाटा। 4 दिन कोरोना आया, 4 दिन नगर लाए तो घाटा जी पैसे मिलने शुरू हो गए। अज मैं धन्यवाद करना कार सेवा वाले बाबिया का, जिन्होंने 22 लंगर लाए इत्थे तिन्ना बार्डर के बाबे कार सेवा वाले ने, जिन्होंने तुहानूं टोकरी ढवा के मकाम बना के दिते।
जिन्हां ने साडे निंदकां ने रज के निंदा की कि जी बोरियां लैके तुर पैंदे मंगण नूं इह करदे ने, किसी ने मंगी है कोई कणक मंगी, किसी को आटा मंगिया, पर 22 लंगर चल रहे ने ते लखां बंदे उत्थों प्रशादा छक रहे ते बरकतां महाराज दियां किते तोड़ नहीं आ रही। कोई कमेटी लंगर ला के दिखावे सानूं। सो ये काल सच्चे वाहिगुरू ने जिन्होंने सेवा दी है उन्होंने खिलाफ भी दिता है, पर जिहड़े गुरु घर नूं चट गए या लुट गए उन्होंने ना कुछ रहा तो ना रहना, उत्थे दीवा नहीं लग्या कभी। औरंगजेब की समाप्त है कुत्ते मूलते, दसम पातशाह ने 32 साल औरंगजेब ने जदोजहद की, अपना 4 बच्चे मासूम बच्चे शहीद करवा गए, बुद्ध पिता शहीद करवा गए, पर दीवा इत्थे जगदा, इसे दर ते जगदा है। ये जिहड़ी सच्ची सरकार चल रही है गुरु नानक की, ये शहादतां करके चल रही है। साडी कौम की कोई हिस्ट्री है कि वो किसी सरकार ने अकाली बन के नहीं बनाई, अकाली बन के अपनी सरकारां तोड़न की हिस्ट्री तुहाडी बहुत है, नुकसान करने की हिस्ट्री हैगी, पर सिख कौम के मान करने वाली हिस्ट्री पुरातन सिखा ने बनाई ते काल तक की छत्र छाया हेठ बनाई, काल तक साडी सच्ची सरकार का प्रतीक है। उसको आप जिंदा रखांगे ते तां ही ये सानू गुरु की सरपरस्ती मिलेगी। गुरु की सरपरस्ती पंथ के ग्रंथ है, ग्रंथ जिन्ना सत्कारयोग रहूगा उन्ना ही सानू लाभ होगा। जिन्ना असीं गुरु घर का सत्कार करांगे गुरु ग्रंथ साहब का, उन्ना ही साडी आत्मा नूं इहदा पैदा होगा। दसम पातशाह की आत्मा है। गुरु गोबिंद सिंह जी ने सचखंड नदेड़ विच कहा सी कि ये दसम पातशाह की मेरी आत्मा ग्रंथ विच प्राण पंथ विच। पंथ तो भाव 5 प्यारे, जिहड़े 5 प्यारे विसाखी नूं चुने वो शीश मंग के चुने। उन्होंने ये नहीं सी क्या तुहानूं तनख्वाह देवांगे, तुहानूं गड्डी देवांगे, तुहानूं बाडीगार्ड देवांगे, बत्ती वाली गड्डी होगी, इस तरह की सहूलतां दे के 5 सिख नहीं सी चुने। उदों ये क्या सी, वो सिख होए तो दीजे शीश मोए। तुहाडे 80,000 के इकट्ठ दे विचों कोई सिख है तो मैनूं सिर चाहिए, तो उदों एक सिख सिर लैके उठिया तो गुरु साहब ने कहा जी मेरा सिर हाजिर है। गुरु साहब को तंबू च लै गए, जदों तंबू चों बाहर निकले तो श्री साहब जी खून नाल लथपथ लुचड़ती गई सी। तो पुंजवान में ऐस अचारा अब एक कोई शीश लगाए, एक सिख कहीं कर जोड़े सतगुरु सेव बुहे के पाए। फिर एक सिख ने कहा सच्चे पातशाह मैनूं ये सेवा चंगी लगदी। पूरा कख नहीं सी उठिया, सारे नहीं सी कहते कि मैं हाजिर है, पर 5 सिख गए तंबू च बिठा ले, बाहर नहीं आए। तो भाई जैता जी देखते हैं उस टाइम के हाल कि खुसर खुसर सिक्कर में हुई है, 5 को गुरु मार मुका है। खुसर खुसर होने लग पी कि गुरु साहब ने 5 को मारता। फिर की हुआ धीरे धीरे निकसन लागे जे सिख काचा नाम कराए, जिहड़े कच्चे सिख सी हौली हौली भजन लगे। वो सोचते रहे कि जे जान बचानी तो यही तरीका है, नहीं तो गुरु साहब कितने बाहों ना फड़ लें। पर भाई जैता जी कहते कि पूरे प्रेमी पद पंकज बैठ रहे उन्हें बारी आए, हाले भी कुछ सिख इहो जिहे बैठे सी जिहड़े सोचते साडी वारी नहीं आई, 6वीं आवाज नहीं बजी, नहीं बजी। 5 जिहड़े प्रवान चढ़े तो तेज ललाट निहार सिंघन के सिख दुजिते अर्थ अनुसायो। जदों बाहर लिआंदे 5 सिख सजा के तो उन्होंने तेज प्रताप देख के सारी खुण सिखाण लग पई संगत। संगत सोचे फिर सानू पता होता सी चले जाते। तो श्रद्धाहीन भय कद गौणे गुर महिमा को भेद न पाए। श्रद्धाहीन जिहड़े मनुख ने अत गौणे होए छोटे करते हुए। तो उस समय भाई जैता जी ने लिखा 5 बड़े प्रभु के दर हैं और 5 का मान है गुरु दरबार है। 5 ककार दिए गुरु ने और 5 का 5 वकार न मारे। दसम पातशाह ने 5 प्यारे सानू साज के दिते। जदों उन्होंने कहा कि मेरा शरीर है, आत्मा ग्रंथ, प्राण पंथ, वो 5 प्यारे 5 बाणियां नाल उन्होंने नवाजा, 5 शस्त्र दिते, 5 काम क्रोध लोभ मोह हंकार मारन लई। इस करके साडी जिहड़ी प्रथा है वो 5 की प्रथा है।
वो पंज गुरु का शरीर ने। यही वजह कि किसी भी संगत के समागम के विच सब तो पहला प्रसाद पंजां सिखां नूं दिता जाता है। वो इस करके दिता जाता है क्योंकि गुरु साहब का शरीर है। छेवां दफा जो भाई साहब का होंदा ताबिया बेटे का थले रख देगा पीढ़े, फिर संगत को बताया जाता है। वो पंज प्यारे दे नौकर बन गए। वो नौकर जिहड़े बन गए ने वो हुक्म भजा रहे थे एक नगुरे परिवार का। उसकी वजह से सारी कौम की जिंदगी लीह तो लथी पई। किते तुसीं संकल्प करो कि किते ओहो जे पंज प्यारे होण जिन्हां नूं कोई सीएम या पीएम हटा ना सकता होवे ते अकाल तख्त ते खलो के ललकार मार एक दिल्ली नूं मूंह करके ते साडा मोर्चा अड़ जाओ किते दिल्ली अटक जाओ किते साडे कोई कमी रह जूगी। कोई सिख घर बैठा रह जाए पांच सिख अगे लग के तुरनगे पर साडा सारा कुछ उन्होंने साडी पग बेच के अपने घर बना लिया ते वरत्या काल तक तो अपनी सत्ता हासिल कर ली। यही वजह कि 82 च भी बच्चे मर गए साडे। तुसीं माझे च देखिया 15-15 साल किसी बच्चे की बात नहीं चली। 3-3 बच्चे एक घर दे मारे गए। अकाल तक पै गया। हिंदुस्तान साडी आबरू रोली ते जे कोई फायदा होया तो एक परिवार का होया। 15 साल राज ले गए। 15 साल उस परिवार को अज तक ये भी ना याद आया कि साडे उस समय के बच्चे जेल च बैठे ने छड़ा लिए ना। जिन्होंने सिख बच्चा मारिया यूपी के पुलिस अफसर उन्होंने छड़ाया। सुखबीर बादल ने ऐ होम मिनिस्टर पर जेडे दया सिंह लाहौरिया वर्गे, दविंदर सिंह वर्गे, कुलदीप सिंह खैरा वर्गे 25 साल तो जेल च बैठे, इन्हों की काम नहीं चलती। तो असी साडी लीडरशिप इस तरह की स्वार्थी हो चुकी है। ग्रंथ साडियां अखां सामने पाड़े गए, साड़े गए, बेअदबी हुई, असी कुछ नहीं कर पाए। पंथ जिहड़ा बकाऊ होया पिया। जे बादल ने कोठी सद के कहे थे सैन करो, राम रहीम नूं गली चुट दिओ, 7 वचन कह के दे दी। फिर जो 76 पे फिर वापस ले ली। एक काल तक का रुतबा रह गया। तो सानू सचेत होना चाहिए। सानू किते असी खोट देखी जिहड़े पुरातन साडे अकाली लीडर हुंदे सी उन्हां च कोई लाज देखिया उन्हां च। तो असी उन्हां नूं 200 किलोमीटर देखिया साइकिलों ते मीटिंगां अटेंड करदे, रोटियां घरों लैके जांदे सी। कोई भी अकाली लीडर प्रदक्षिणा च सौंदा हुंदा सी, कमरा नहीं सी दिंदा। कहंदा सी कमरा संगत लई, यात्रू लई, साडे लई। कोई लंगर चो प्रसादा नहीं सी सकदा हुंदा। जे छकदा सी ते तंदूरां तो छकदा सी। जे लंगर चो छकिया ते पैसे पाउंदा सी, गोद नाल भांडे मांजदा सी। अज ये सुभाव ये रहत मर्यादा साडे लीडरां दी नहीं रही। असी वेला खा चुके। तो तुसीं अपनी जमातां नूं बचाओ। अकाली दल बचाउणा, कमेटी बचाउणी, अकाल तख्त बचाउणा ते अखलाक दे विच आओ। जिहड़े अखलाक तुसीं अपने बजुर्गां नूं देखिया सादगी दे विच असी महसूस करते हैं कि असी अज गुरु तो दूर हैं। साडी सुरत एक थां ते नहीं। जिस तरह भाई साहब ने कथा करदे सानूं दस्सिया सी ना कि सुरत जिहड़ी आ एकाग्रता वाली होवे तां परमात्मा दे नेड़े जाईदा। सानूं गुरु साहब ने फरमाउंदे ने साध मिले सिद्ध पाइए कि इह जोग के भोग दुख निरकार उपजे राम नाम संजोग। जदों सिख दी सुरत ते गुरु का शब्द मिलदे ने उदों ही मनुखा जन्म की प्राप्ति होती है। उदों साडी आत्मा ते परम पिता परमात्मा दियां लावां होंदियां ने। उदों ये मनुखा जन्म च सफल होंदे ने। असीं कह सकदे सानूं मुक्ति होगी। वरना जम जम मरे मरे फिर जमे बहुत सजाए पिया देश में। साडी आत्मा मरदी रहूगी, जन्म चाउंदी रहूगी, मरदी रहूगी। 84 लाख जूना दे धक्के पर जिहड़े 84 लाख जूना चो नजात पाउणी है वो बंदगी करे, वो नीयत साफ करके बंदगी करे। सानू गुरु साहब ने इसे करके क्या कर बंदे तू बंदगी जिचर घट मैं साफ। जिन्नी देर तक तेरी श्वास ने तेरे शरीर साडी पूंजी की है श्वास। जितना चंदन का फल चंदनवास, मानस का फल घट में सांस। चंदन का फल होता उसकी सुगंधी तो मनुख का फाया जीवन का श्वास। श्वास गया काया टल पाए ताके पाछे कोई न खाए।
ਜਦੋਂ ਸਵਾਸ ਨਿਕਲ ਜਾਂਦੇ ਨੇ ਇਹੀ ਸਰੀਰ ਡਰਾਉਣਾ ਲੱਗਦਾ, ਇਹੀ ਸਰੀਰ ਜਿਹਨੂੰ ਪਿਆਰ ਕਰਦੇ ਨੇ ਸਾਰੇ ਕਾਢੋ ਹੋਈ ਫਿਰ ਕਹਿੰਦੇ ਲੈ ਚਲੋ ਜਲਦੀ ਲੈ ਚਲੋ। ਅਸੀਂ ਦੇਖਦੇ ਹਾਂ ਕੋਈ ਵਿਆਹ ਸ਼ਾਦੀ ਜਿਹੜੀ ਆ ਉਹ ਸਵੇਰੇ 9 ਵਜੇ ਦੀ ਤੁਸੀਂ ਬਰਾਤ ਕਹੋਗੇ ਤੇ 12 ਵਜੇ ਜਾਂਦੇ, ਪਰ ਜਦੋਂ ਅਰਥੀ ਜਾਣੀ ਹੁੰਦੀ ਘਰੋਂ ਤੇ ਉਦੋਂ 1 ਮਿੰਟ ਨਹੀਂ ਲੇਟ ਹੁੰਦਾ, ਕਿਸੇ ਨੂੰ ਨਹੀਂ ਡੀਕਦਾ। ਗੁਰੂ ਮਹਾਰਾਜ ਕਹਿੰਦੇ ਕਾਢੋ ਹੋਈ, ਉਦੋਂ ਕਹਿੰਦੇ ਲੈ ਚਲੋ। ਇਹ ਸਰੀਰ ਦੀ ਇੰਨੀ ਕੁ ਪਾਇਆ, ਕੋਈ ਰੋੜ ਦਿੰਦਾ, ਕੋਈ ਦੱਬ ਦਿੰਦਾ, ਕੋਈ ਸਾੜ ਦਿੰਦਾ, ਇੰਨੀ ਕੰਮ ਆਉਂਦੀ ਹੈ। ਕੰਮ ਆਉਂਦੀ ਆਤਮਾ ਜੇ ਗੁਰੂ ਦੀ ਸ਼ਰਨ ਚ ਆ ਕੇ, ਗੁਰੂ ਦੀ ਸਰਪ੍ਰਸਤੀ ਚ ਆ ਕੇ ਤੁਸੀਂ ਇੱਕ ਸੁਰਤ ਵਿੱਚ ਪਰਮਾਤਮਾ ਦੇ ਸ਼ਬਦ ਨੂੰ ਪਰੋ ਲਿਆ। ਇਹ ਦਰਗਾਹ ਦੀ ਬਾਣੀ ਦਾ ਸਾਨੂੰ ਆਪ ਗੁਰੂ ਰਾਮਦਾਸ ਜੀ ਗਵਾਹੀ ਦਿੰਦੇ ਨੇ, ਸਤਿਗੁਰ ਕੀ ਬਾਣੀ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਜਿਹਦੀ ਸੁਰਤ ਵਿੱਚ ਇਹ ਬਾਣੀ ਆ ਉਹਦੀ ਸੁਰਤ ਅਕਾਗਰਤਾ ਚ। ਸਾਨੂੰ ਪ੍ਰਾਤਨ ਸਿੱਖਾਂ ਸਾਡਿਆਂ ਨੇ ਆਪਣੇ ਤਜਰਬੇ ਦੱਸੇ ਨੇ, ਉਹ ਕਹਿੰਦੇ ਨੇ ਸਿੱਖ ਦੀ ਸੁਰਤ ਤੇ ਚਿੱਤ ਵਿਰਤੀ ਇਹ ਸ਼ਸਤਰ ਤੇ ਸ਼ਾਸਤਰ ਦੇ ਅਭਿਆਸ ਨਾਲ ਠਹਿਰਦੇ। ਅੱਜ ਨਾ ਸਾਡੇ ਕੋਲ ਸ਼ਸਤਰ ਹੈ ਨਾ ਸ਼ਾਸਤਰ ਹੈ। ਸ਼ਾਸਤਰ ਜਿਹੜਾ ਅਸੀਂ ਪੜ੍ਹਦੇ ਨਹੀਂ, ਪਾਠ ਨਹੀਂ ਕਰਦੇ, ਭਾਈ ਸਾਹਿਬ ਨੂੰ ਪੈਸੇ ਦੇਣੇ ਅਰਦਾਸ ਕਰ ਦਿਓ, ਹੁਣ ਪ੍ਰਸ਼ਾਦਾ ਭਾਈ ਸਾਹਿਬ ਛਕਣਗੇ, ਰਜੇਵਾਂ ਸਾਨੂੰ ਤੇ ਆਉਣਾ ਨਹੀਂ, ਸਾਨੂੰ ਆਪ ਖਾਣਾ ਪੈਣਾ। ਇਹ ਆਤਮਾ ਦੀ ਖੁਰਾਕ ਆ ਗੁਰਬਾਣੀ ਤੇ ਪ੍ਰਮਾਤਮਾ ਦੇ ਨਾਮ ਦਾ ਰਸ। ਜਿਨ੍ਹਾਂ ਨੇ ਗੁਰਬਾਣੀ ਨੂੰ ਜੀਭ ਦੇ ਨਾਲ ਗਾਇਆ, ਅੱਖਾਂ ਨਾਲ ਦੀਦਾਰ ਕਰਕੇ ਉਹਦੇ ਜਿੰਦ ਵਿੱਚ ਗਈ, ਇਹਦਾ ਰਸ ਉਹਦੇ ਜਿੰਦ ਵਿੱਚ ਗਿਆ। ਜੀਭ ਦੇ ਨਾਲ ਗਾਉਣਾ, ਅੱਖਾਂ ਨਾਲ ਦੀਦਾਰ ਕਰਕੇ ਤੇ ਉਸ ਨਾਮ ਨੂੰ ਸੁਣਨਾ ਕੰਨਾਂ ਨਾਲ, ਫਿਰ ਜਿੰਦ ਵਿੱਚ ਰਸ ਜਾਂਦਾ ਹੈ। तो जे सुनिए कुछ होर ते गाइए कुछ होर, पढ़िए कुछ होर, फिर आवागौन की तरह बांस बजाइए, फूक जिवें बांस दे विच फूक मारिए बाहर निकल जाती है, इस तरह होता है। तो सुरत जिहड़ी आ सिख दी ये बेशकीमत वस्तु है। सुरत का संबंध शब्द नाल जोड़ दिओ, सुरत दे विच दी शब्द नूं परो दिओ, जिवें सूरज धागे नूं परोईदा, फिर साडी जिंदगी सफल होंदी है। तो सानूं गुरु साहब जी दे ਜਿਹੜੇ ਅਨੰਦ ਸੇਵਕ ਹੋਏ ਨੇ, ਭਾਈ ਸਾਹਿਬ ਭਾਈ ਨੰਦ ਲਾਲ ਜੀ, ਉਹਨਾਂ ਨੇ ਵੀ ਇਹ ਹੁਕਮ ਦਿੱਤਾ ਹੈ ਕਿ ਤੂੰ ਪਰਮਾਤਮਾ ਦੀ ਬੰਦਗੀ ਕਰ, ਤੇਰੇ ਪਿਛਲੇ ਪਾਪ ਕੱਟਣਗੇ। ਤੂੰ ਮੌਤ ਨੂੰ ਯਾਦ ਰੱਖ, ਅੱਗੋਂ ਪਾਪ ਨਹੀਂ ਹੋਣਗੇ। ਮੌਤ ਨੂੰ ਯਾਦ ਰੱਖੀਏ ਤੇ ਅੱਗੋਂ ਪਾਪ ਨਹੀਂ ਹੁੰਦੇ। ਤੇ ਜਿੰਨੀ ਦੇਰ ਤੱਕ ਸਵਾਸ ਨੇ ਉਨੀ ਦੇਰ ਤੱਕ ਅਸੀਂ ਬੰਦਗੀ ਕਰੀਏ, ਇਹ ਸਾਡਾ ਇਨਸਾਨੀ ਜੀਵਨ ਦਾ ਫਰਜ਼ ਹੈ। ਅਕਾਲ ਪੁਰਖ ਸੱਚੇ ਵਾਹਿਗੁਰੂ ਸਾਨੂੰ ਇਹ ਦਾਤ ਦੇਵੇ। ਅਸੀਂ ਜਦੋਂ ਵੀ ਜਿੱਥੇ ਵੀ ਸੰਗਤੀ ਅਰਦਾਸ ਹੁੰਦੀ ਹੈ ਉਦੋਂ ਅਸੀਂ ਇੱਕ ਤੇ ਮੰਗਦੇ ਹਾਂ ਕਿ ਜਿਨ੍ਹਾਂ ਗੁਰਮਤਿ ਪਿਆਰਿਆਂ ਨੂੰ ਮਿਲੇਗਾ ਤੇਰਾ ਨਾਮ ਚਿੱਤੇ ਆਵੇ, ਉਹਨਾਂ ਨਾਲ ਮੇਲ ਕਰਾ, ਸਾਖ ਮਨੁੱਖਾਂ ਨਾਲ ਨਾ। ਤੋ ਸਾਖਤ ਜਿਹੜਾ ਉਹਦੇ ਤੋਂ ਦੂਰੋਂ ਭੱਜ ਜਾਓ ਦੇਖ ਕੇ। ਉਹ ਗੁਰੂ ਸਾਹਿਬ ਕਹਿੰਦੇ ਵੀ ਭੱਜ ਜਾਓ, ਜੇ ਨਹੀਂ ਭੇਜ ਜਾਂਦੀ ਉਹਦਾ ਮੂੰਹ ਨਾ ਦੇਖੋ ਸਾਖਤ ਮਨੁੱਖ ਦਾ। ਤੋ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਦਰ ਦੀ ਬਾਣੀ ਹੈ, ਜਿਹੜਾ ਇਹਨੂੰ ਹਿਰਦੇ 'ਚ ਵਸਾਉਂਦਾ, ਕੰਨਾਂ ਨਾਲ ਸੁਣਦਾ, ਸੁਰਤ ਵਿੱਚ ਵਸਾਉਂਦਾ, ਉਹਦੇ ਹਿਰਦੇ ਵਿੱਚ ਜਾ ਕੇ ਪਰਮਾਤਮਾ ਦੇ ਨੂਰ ਦਾ ਪ੍ਰਕਾਸ਼ ਕਰਦੀ। ਅੰਤਰ ਪ੍ਰਕਾਸ਼ ਮਹਾਰਸ ਪੀਵੇ, ਫਿਰ ਪਰਮਾਤਮਾ ਦੇ ਨਾਮ ਦਾ ਰਸ ਮਿਲਦਾ। ਜਿਹੜਾ ਰਸ ਸਾਨੂੰ ਦੁਨੀਆ ਦੇ ਰਸ ਛੱਡਿਆਂ ਪ੍ਰਾਪਤ ਹੁੰਦਾ, ਇਹ ਰਸ ਛਾਟੇ ਉਹ ਰਸ ਆਵਾ, ਉਹ ਰਸ ਪੀਣਾ ਰਸ ਨਹੀਂ ਪਾਵਾ। ਅਲਪ ਸੁਖ ਛਾਟ ਪਰਮ ਸੁਖ ਪਾਵਾ, ਤਬ ਇਹ ਦਰਿਆ ਉਹ ਕੰਤ ਕਹਾਵਾ। ਤੇ ਇਹ ਛੋਟੇ ਤੇ ਹੋਛੇ ਰਸ ਅਸੀਂ ਛੱਡਾਂਗੇ, ਛੋਟੇ ਛੋਟੇ ਸਵਾਦ ਛੱਡਾਂਗੇ, ਧੜੇਬਾਜ਼ੀਆਂ ਛੱਡਾਂਗੇ। ਇੱਕ ਦਸਮ ਪਾਤਸ਼ਾਹ ਜਿਹਨੇ ਆਪਣੇ ਬੱਚੇ ਕੁਰਬਾਨ ਕਰਕੇ, ਗੁਰਪਿਤਾ ਨੂੰ ਕੁਰਬਾਨ ਕਰਕੇ ਸਾਨੂੰ ਇਹ ਵਿਸ਼ੇ ਦਿੱਤਾ, ਖਾਲਸਾ ਧਰਮ ਦਿੱਤਾ, ਉਸ ਧਰਮ ਨੂੰ ਅਸੀਂ ਬਚਾਈਏ ਆਪਣਾ ਆਪ ਸਵਾਰ ਕੇ। ਜੇ ਸਾਡਾ ਆਪਣਾ ਸੌਰਿਆ ਤੇ ਪਖੰਡ ਹੋਊਗਾ, ਬਹਾਨੇ ਅਸੀਂ ਗੁਰੂ ਦੇ ਕਰਾਂਗੇ, ਸਵਾਦ ਸਾਡਾ ਆਪਣਾ ਹੋਊਗਾ। ਅਸੀਂ ਬਹੁਤ 40 ਸਾਲ ਤੋਂ ਮੈਂ ਦੇਖ ਰਿਹਾ ਇਸ ਫੀਲਡ ਦੇ ਵਿੱਚ ਬਹੁਤ ਧੋਖੇ ਖਾ ਰਹੇ ਸੀ, ਪਰ ਪੇਸ਼ ਨਹੀਂ ਜਾ ਰਹੀ, ਪੇਸ਼ ਇਸ ਤਰ੍ਹਾਂ ਨਹੀਂ ਜਾ ਰਹੀ ਕਿਉਂਕਿ ਇਹ ਜਿਹੜੇ ਸਿਸਟਮ ਦੇ ਵਿੱਚ ਅਸੀਂ ਪੈ ਗਏ ਹਾਂ। ਜਿੱਥੇ ਸਿਲੈਕਸ਼ਨ ਸੀ ਉੱਥੇ ਇਲੈਕਸ਼ਨ ਆ ਗਈ। ਇਲੈਕਸ਼ਨ ਦੀ ਕਿਰਪਾ ਨਾਲ ਜਿਹੜੀਆਂ ਪਦਵੀਆਂ ਸੀ, ਬਾਬਾ ਬੁੱਢਾ ਜੀ ਦੀ ਪਦਵੀ ਗੁਰੂ ਅਰਜਨ ਦੇਵ ਜੀ ਸਥਾਪਿਤ ਕਰਦੇ ਨੇ। ਬਾਬਾ ਬੁੱਢਾ ਜੀ 98 ਸਾਲ ਦੇ ਸਨ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਿਠਾ ਕੇ ਉਹਨਾਂ ਨੂੰ ਗ੍ਰੰਥੀ ਕੀਤਾ। 98 ਸਾਲ ਦੀ ਉਮਰ, ਅੱਜ 58 ਸਾਲ ਦੇ ਨੂੰ ਅਸੀਂ ਰਿਟਾਇਰ ਕਰੀ ਜਾਂਦੇ। ਇਹ ਕਿਹੜੀ ਮਰਿਆਦਾ ਤੇ ਕੌਣ ਨੇ ਕਰਨ ਵਾਲੇ?
ਉਹਨਾਂ ਦਾ ਲਾਭ ਕੀ ਹੈ ਇਹ ਤੁਸੀਂ ਚੰਗੀ ਤਰ੍ਹਾਂ ਜਾਣ ਲਓ। ਇਹ ਪਦਵੀਆਂ ਸਭ ਜਿਹੜੀਆਂ ਪਦਵੀਆਂ ਅੱਜ ਅਸੀਂ ਨੌਕਰ ਬਣਾ ਲਈਆਂ, ਨੌਕਰ ਕਿਹਨਾਂ ਨੇ ਬਣਾ ਲਈਆਂ ਜਿਹੜੀਆਂ ਰਾਤ ਨੂੰ ਪੈਗ ਲਾ ਕੇ ਸੌਂਦੇ ਨੇ, ਉਹ ਹੁਕਮ ਦਿੰਦੇ ਨੇ। ਮੈਂ ਕੋਈ ਇੱਕ ਸਾਡੇ ਸਨਮਾਨਯੋਗ ਗ੍ਰੰਥੀ ਰਿਟਾਇਰ ਹੋਏ, ਮੈਂ ਉਹਨੂੰ ਕਿਹਾ ਤੁਸੀਂ ਅਜੇ ਹੈ ਗ੍ਰੰਥੀ ਹੋ? ਕਹਿੰਦੇ ਮੈਂ ਰਿਟਾਇਰ ਹੋ ਗਿਆ। ਮੈਂ ਕਿਹਾ ਹੁਣ ਨਹੀਂ ਜਾਂਦੇ? ਕਹਿੰਦੇ ਨਹੀਂ ਹੁਣ ਡਿਊਟੀ ਤੇ ਮੈਂ ਜਾਣਾ ਪਰ ਅਗਲੇ ਹੁਕਮਾਂ ਤੱਕ। ਮੈਂ ਕਿਹਾ ਅਗਲਾ ਹੁਕਮ ਕਿਹੜੇ ਸੱਚੇ ਪਾਤਸ਼ਾਹ ਦਾ? ਕਿਹੜੇ ਸੱਚੇ ਪਾਤਸ਼ਾਹ ਦੇ ਹੁਕਮ ਦੇ ਲਈ? ਫਿਰ ਮੇਰੇ ਗੂਗਲ ਵੇਖੇ। ਮੈਂ ਉਹਨੂੰ ਕਿਹਾ ਕਿ ਸਾਡੀ ਬਾਬਾ ਬੁੱਢਾ ਦੀ ਪਦਵੀ ਨੂੰ ਕਿਸੇ ਪਾਤਸ਼ਾਹੀ ਦਾ ਹੁਕਮ ਆਉਣਾ ਹੈ ਤੇ ਸਾਨੂੰ ਦੱਸੋ ਕਿਹੜਾ ਪਾਤਸ਼ਾਹ ਸੀ ਮੱਥਾ ਟੇਕੇ ਉੱਤੇ ਜਾ ਕੇ। ਨਹੀਂ ਤੇ ਕਿਤੇ ਆਵਾਜ਼ ਨੂੰ ਚੁੱਕੋ ਕਿ ਸਾਡੀਆਂ ਰਵਾਇਤਾਂ ਨੇ, ਸਾਡੀਆਂ ਪਦਵੀਆਂ ਨੇ, ਇਹਨਾਂ ਨੂੰ ਰੋਲੋ ਨਾ। ਆਪ ਤੁਸੀਂ 100 ਸਾਲ ਦੇ ਹੋਗੇ ਵੀ ਕਹੋ ਕਿ ਅਸੀਂ ਸੀਐਮ ਬਣਨਾ, ਅਜੇ ਇੱਕ ਵਾਰੀ ਹੋਰ ਬਣਾ ਦਿਓ ਤੇ ਬਾਬੇ ਬੁੱਢੇ ਦੀ ਥਾਂ 58 ਸਾਲ ਦਾ ਗ੍ਰੰਥੀ ਰਿਟਾਇਰ ਹੋ ਜਾਏ। ਜਦ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ 58 ਸਾਲ ਦੀ ਉਮਰ ਤੇ ਸਿੱਖੀ ਹੋਣੀ ਸ਼ੁਰੂ ਹੁੰਦੀ ਹੈ। ਇਹ ਜਿਹੜੇ ਸਾਡਾ ਨੁਕਸਾਨ ਹੋ ਰਿਹਾ ਸਵਾਰਥ ਲਈ। ਸਾਡੀਆਂ ਅੱਖਾਂ ਨੇਤਰਹੀਣ ਕਰਕੇ ਸਾਡੀ ਕੌਮ ਨੂੰ ਅੱਖਾਂ 'ਚ ਘਟਾ ਪਾ ਕੇ ਇਹ ਜਿਹੜਾ ਰੂਹਾਨੀ ਸਾਡਾ ਸਰਮਾਇਆ ਉਹ ਵੀ ਲੁੱਟਿਆ ਜਾ ਰਿਹਾ। ਹੁਣ ਮੈਂ ਤੁਹਾਨੂੰ ਆਖਰੀ ਗੱਲ ਕਰਨੀ ਹੈ, ਫਿਰ ਮੇਰੇ ਬਾਗਾਂ ਨੂੰ ਟਾਈਮ ਜ਼ਿਆਦਾ ਲੈ ਗਿਆ। ਸਾਡੇ ਕੋਲ ਗ੍ਰੰਥ ਸੀਗੇ ਪੁਰਾਣੇ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ 63 ਗ੍ਰੰਥ ਸੀਗੇ, ਹੱਥ ਲਿਖਤ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ। ਉਹਨਾਂ 'ਚ ਇੱਕ ਸੁਨਹਿਰੀ ਲੀਡ ਸੀ ਜਿਹੜੀ ਉਸ ਸਮੇਂ ਸ਼ਹਾਦਤ ਪ੍ਰਾਪਤ ਕਰਨ ਵਾਲੇ ਸਿੱਖ ਨੇ ਸ਼ਾਹੀ ਸੋਨੇ ਦੀ ਸਿਆਹੀ ਬਣਾ ਕੇ ਲਿਖੀ ਸੀ। ਬਾਬਾ ਹਰਦਾਸ ਜੀ ਦੀ ਪੋਥੀ ਕਿਹਾ ਜਾਂਦਾ। ਉਹ ਸਾਰੇ 200 ਤੋਂ ਵੱਧ ਗ੍ਰੰਥ ਸੀਬੀਆਈ ਲੈ ਗਈ ਜਦੋਂ ਇਹ ਬਰੂਸਾਰ ਹੋਇਆ। ਉਹਨਾਂ ਨੇ 1400 ਪੰਡਾਂ ਬਣਾਈਆਂ, ਉਹ ਲੈ ਗਏ। ਉਦੋਂ ਬਾਅਦ ਕਿਸੇ ਸਿੱਖ ਨੇ ਹਾਈ ਕੋਰਟ 'ਚ ਪਟੀਸ਼ਨ ਕੀਤੀ ਕਿ ਸਾਡਾ ਸਰਮਾਇਆ ਮਿਲਦਾ ਨਹੀਂ ਪਿਆ। ਨਾ ਹਾਈ ਕੋਰਟ 'ਚ ਕਿਹਾ ਕਿ ਸਾਨੂੰ ਕਮੇਟੀ ਬਾਰੇ ਦੱਸਦੇ ਤੇ ਨਾ ਸਾਨੂੰ ਸਰਕਾਰ ਦੱਸਦੀ ਹੈ। ਉੱਥੇ ਫਿਰ ਹਾਈ ਕੋਰਟ ਨੇ ਨੋਟਿਸ ਦਿੱਤਾ ਸੈਂਟਰ ਸਰਕਾਰ ਨੂੰ, ਇੱਕ ਦਿੱਤਾ ਹੋਮ ਮਿਨਿਸਟਰੀ ਨੂੰ, ਇੱਕ ਦਿੱਤਾ ਡਿਫੈਂਸ ਮਿਨਿਸਟਰੀ ਨੂੰ, ਇੱਕ ਦਿੱਤਾ ਸੀਬੀਆਈ ਨੂੰ। ਇਹ ਤਿੰਨਾਂ ਨੇ ਇੱਕੇ ਹੀ ਐਫੀਡੇਵਿਟ ਦੇ ਵਿੱਚ ਲਿਖ ਕੇ ਦਿੱਤਾ ਹਾਈ ਕੋਰਟ ਨੂੰ 2004 ਕਿ ਇਹ ਜਿਹੜਾ ਸਰਮਾਇਆ ਸੀ ਸਾਡੀ ਨਜ਼ਰ 'ਚ ਬਹੁਤ ਬੇਸ਼ਕੀਮਤ ਸੀ, ਕਿਉਂਕਿ ਗੁਰੂਆਂ ਵੱਲੋਂ ਹੱਥ ਲਿਖ ਡਾਕੂਮੈਂਟ ਸੀ। ਉਹ 'ਚ 205 ਗ੍ਰੰਥ ਗੁਰੂ ਗ੍ਰੰਥ ਸਾਹਿਬ, 2 ਗ੍ਰੰਥ ਦਸਮ ਦੇ ਔਰ 28 ਹੁਕਮਨਾਮੇ। ਇੱਕ ਨਿਸ਼ਾਰਾ ਪੰਨੂਆਂ ਦੀ ਸੰਗਤ ਨੂੰ ਦਸਮ ਪਾਤਸ਼ਾਹ ਨੇ ਲਿਖਿਆ ਸੀ ਆਗਰੇ ਤੋਂ, ਖਾਰੇ ਦੀ ਸੰਗਤ ਨੂੰ ਲਿਖਿਆ ਸੀ ਦਸਮ ਪਾਤਸ਼ਾਹ ਨੇ ਆਗਰੇ ਤੋਂ, ਜਦੋਂ ਉਹਨਾਂ ਨੂੰ ਰਾਜ ਦਵਾਇਆ ਸ਼ਹਿਜ਼ਾਦਾ ਮੁਅੱਜ਼ਮ ਨੂੰ। ਉਸ ਸਮੇਂ ਉਹ ਜਿਹੜੇ ਹੁਕਮਨਾਮੇ ਉਹਨਾਂ ਸਾਨੂੰ ਲੱਗਦਾ ਸੀ ਕਿ ਦਸਮ ਪਾਤਸ਼ਾਹ ਦੱਖਣ ਨਹੀਂ ਜਾਣਗੇ, ਵਾਪਸ ਆ ਜਾਣਗੇ, ਪਰ ਉਹਨਾਂ ਨੂੰ ਜਾਣਾ ਪਿਆ। ਉਹ ਹੁਕਮਨਾਮੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੱਥ ਲਿਖਤ ਹੁਕਮਨਾਮੇ, ਗੁਰੂ ਛੇਵੇਂ ਪਾਤਸ਼ਾਹ ਦੇ ਹੁਕਮਨਾਮੇ, ਮਾਤਾ ਸੁੰਦਰੀ ਜੀ, ਮਾਤਾ ਸਹਿਜ ਕੌਰ ਜੀ, ਬਾਬਾ ਬੰਦਾ ਸਿੰਘ ਬਹਾਦਰ ਦੇ ਹੁਕਮਨਾਮੇ 28 ਹੁਕਮਨਾਮੇ, 205 ਗ੍ਰੰਥ, 2 ਦਸਮ ਗ੍ਰੰਥ ਤੇ 2 ਸਾਖੀਆਂ, ਜਨ ਸਾਖੀਆਂ। ਇਹ ਅਸਲ ਉਹ ਕਹਿੰਦੇ ਕਿ ਇਹ ਅਸੀਂ ਪੰਡਾ ਬਣਾ ਕੇ ਲੈ ਕੇ ਆਏ ਸੀ, ਇਹ ਉਹਨਾਂ ਦੀ ਲਿਸਟ ਬਣੀ ਆ ਤੇ ਇਹ ਅਸੀਂ 3 ਕਿਸ਼ਤਾਂ 'ਚ 1990 ਤੋਂ ਪਹਿਲਾਂ 3 ਕਿਸ਼ਤਾਂ 'ਚ ਮਾਰਫਤ ਅਦਾਲਤ ਦੇ ਚੁੱਕੇ। ਅਸੀਂ ਕਮੇਟੀ ਨੂੰ ਦੇ ਚੁੱਕੇ, ਉਹ ਸਾਨੂੰ ਦੱਸੇ ਕਿਹੜੀ ਚੀਜ਼ ਇਹਨਾਂ ਕੋਲ ਨਹੀਂ। ਇਹ ਕਮੇਟੀ ਖਾਮੋਸ਼ ਸੀ। ਉਸ ਤੋਂ ਬਾਅਦ 2008 ਪੁੱਛਿਆ ਹਾਈ ਕੋਰਟ ਨੇ ਕਿ ਖਜ਼ਾਨਾ ਕਿੱਥੇ ਹੈ ਕਮੇਟੀ ਨੂੰ, ਤੇ ਜਵਾਬ ਮਿਲਿਆ ਕਿ ਅਸੀਂ ਕਮੇਟੀ ਬਣਾਈ, ਅਸੀਂ ਲੱਭ ਰਹੇ ਹਾਂ। ਖਾਲਸਾ ਜੀ ਇੱਥੇ ਰੈਫਰੈਂਸ ਗੁਰੂ ਰਾਮਦਾਸ ਲਾਇਬ੍ਰੇਰੀ ਦੇ ਵਿੱਚ ਅੰਦਰਾਜ ਨੇ ਕਿ ਇਹ ਸਮਾਨ ਸੀਬੀ ਵੱਲੋਂ ਆਇਆ ਤੇ ਇਸ ਅਲਮਾਰੀ 'ਚ ਰੱਖਿਆ ਗਿਆ। ਅਲਮਾਰੀਆਂ ਖਾਲੀ ਨੇ, ਰਜਿਸਟਰ ਬੋਲ ਨੇ ਤੇ ਸਾਨੂੰ ਕੋਈ ਗ੍ਰੰਥ ਲੱਭ ਨਹੀਂ ਰਿਹਾ। ਮੈਂ ਇਸੇ ਕਰਕੇ ਧਰਨਾ ਦਿੱਤਾ ਸੀ ਘੰਟਾ ਘਰ ਦੇ ਬਾਅਦ ਕਿ ਅੰਦੋਲਨ ਆ ਗਿਆ ਵੀ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ, ਤੁਸੀਂ ਵੀ ਜਾਓ। ਇਹ ਉਹਦੇ ਕਰਕੇ ਅਸੀਂ ਥੋੜੇ ਜਿਹੇ ਢਿੱਲੇ ਪਏ। ਜੇ ਇਹ ਖਜ਼ਾਨਾ ਸਾਨੂੰ ਨਾ ਮਿਲਿਆ ਤੇ ਸਾਡੀ ਹੋਂਦ ਖਤਰੇ 'ਚ ਹੈ। ਇਹ ਖਜ਼ਾਨਾ ਕਿਸੇ ਏਜੰਸੀ ਕੋਲ ਹੈ ਤੇ ਦਿੱਤਾ ਇਸ ਬਾਦਲਾਂ ਦੇ ਟੱਬਰ ਨੇ, ਸਾਡੀ ਹੋਂਦ ਖਤਮ ਕਰ ਲਈ।
ਅੱਜ ਛਾਪੇ ਦੀ ਭੀੜ ਚ ਗਲਤੀਆਂ ਨੇ, ਬਹੁਤ ਗਲਤੀਆਂ ਨੇ, ਹਜ਼ਾਰਾਂ। ਇਹ ਚੰਗੇ ਚੰਗੇ ਪਾਠੀਆਂ ਨੂੰ ਪਤਾ, ਚੰਗੇ ਚੰਗੇ ਵਿਦਵਾਨਾਂ ਨੂੰ ਪਤਾ ਕਿ ਛਾਪੇ ਦੀ ਭੀੜ ਜਦੋਂ ਨਵਾਂ ਐਡੀਸ਼ਨ ਛਪਦਾ ਉਦੋਂ ਗਲਤੀਆਂ ਨਾਲ ਹੋਰ ਵਾਧਾ ਹੋ ਜਾਂਦਾ। ਪਰ ਜਦੋਂ ਇਹ 'ਚ ਵਿਦਵਾਨ ਬੈਠੇ ਇਹ 'ਚ ਸੋਧ ਕਰਨੀ ਹੋਈ ਅੱਖਰਾਂ ਦੀ, ਅਸੀਂ ਅਗਵਾਈ ਕਿੱਥੋਂ ਲਵਾਂਗੇ? ਜੇ ਪੁਰਾਤਨ ਵੀਣਾ ਨਹੀਂ ਹੋਣਗੀਆਂ, 300 ਸਾਲ ਪੁਰਾਣੀਆਂ ਲੜੀਵਾਰ ਵੀਣਾ ਨਹੀਂ ਹੋਣਗੀਆਂ, ਤੇ ਅਸੀਂ ਇਹ ਸ਼ਬਦ ਕਿੱਥੋਂ ਸੋਧਾਂਗੇ? ਬਾਹਰ ਨੂੰ ਕਬਰ ਚੋਂ ਪੁੱਟ ਕੇ ਲਿਆਵਾਂਗੇ। ਹੁਣ ਥੋੜੇ ਜਿਹੇ ਬਹਾਨੇ ਲੱਗਣ ਲੱਗੇ ਕਿ ਮੱਕੜ ਨੂੰ ਪਤਾ ਸੀ ਉਹ ਮਰ ਗਿਆ, ਕੱਲ ਨੂੰ ਕਹਿਣਗੇ ਜਗੀਰਪੁਰ ਨੂੰ ਪਤਾ ਸੀ ਇਹ ਮਰ ਗਈ, ਪਰਸੋਂ ਨੂੰ ਪਤਾ ਜੀ ਬਾਦਲ ਨੂੰ ਪਤਾ ਸੀ ਉਹ ਮਰ ਗਿਆ, ਉਸ ਤੋਂ ਅਗਲੇ ਰਣਜੀਤ ਸਿੰਘ ਮਰ ਜਾਊਗਾ, ਨਾ ਪੁੱਛਣ ਵਾਲਾ ਰਿਹਾ ਤੇ ਨਾ ਦੱਸਣ ਵਾਲਾ ਰਿਹਾ। ਸਾਡੀ ਕੌਮ ਦੇ ਕੋਲ ਕੀ ਰਹੂਗਾ? ਇਹ ਸਾਡੀਆਂ ਬੇਸਿਕ ਚੀਜ਼ਾਂ ਨੇ। ਪੈਸਾ ਕੋਈ ਲੁੱਟ ਕੇ ਲੈ ਜੇ ਤੇ ਗੁਰੂ ਦੀ ਕਿਰਪਾ ਨਾਲ ਸੰਗਤਾਂ ਦੇ ਦਿੰਦੀਆਂ ਨੇ, ਪਰ ਇਹ ਸਰਮਾਇਆ ਸਾਨੂੰ ਕਿਤੋਂ ਨਹੀਂ ਮਿਲਦਾ। ਇਹ ਜਿਹੜੀਆਂ ਗਲਤੀਆਂ ਇਹਦੀਆਂ ਸੋਧੀਆਂ ਨਹੀਂ ਗਈਆਂ, ਤੇ ਜਿਹੜੀਆਂ ਉਹ ਗ੍ਰੰਥਾਂ ਨਾਲ ਜਿਹੜਾ ਹਸ਼ਰ ਹੋਣਾ, ਹਾਲ ਹੋਣਾ, ਜੋ ਸਾਨੂੰ ਉਹਦੇ ਵਿੱਚੋਂ ਮਿਲਣਾ। ਅੱਜ ਹੀ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਪਹਿਲੀ ਬਾਣੀ ਜਪਜੀ ਸਾਹਿਬ, ਉਹਦੀ ਵਿਆਖਿਆ ਦੇ ਵਿੱਚ ਕਿੰਨਾ ਦੇਵਤਿਆਂ ਲਿਖਾ, ਇੱਕ ਮੋਦੀ ਆ ਗਿਆ। ਉਹਦੀ ਵਿਆਖਿਆ ਦੇ ਤਿੰਨ ਦੇਵਤੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੇ ਮਾਨ। ਹਾਂ, ਇੱਕ ਮੋਦੀ ਆ ਗਿਆ ਤੇ ਭੰਡਾਰਾ ਉਹਦਾ ਦੁਸ਼ੋਧਨ ਦਾ ਖਾਂਦੇ ਰਾਹ ਕੀ ਹੋਊਗਾ? तो साड़ी ये आत्मा ही गुरु की सहाय नहीं संभाल सके। तो मैं गुरु महाराज के हजूरी च सच्चे दिलों कहना, गुरु तेग बहादुर साहब जी की दूरदेशी दात देना, जदों मक्खन शाह लवाने ने धीरमान को डंडियां नाल सोध के जो ग्रंथ खो के लिया, दात ग्रंथ गुरु तेग बहादुर साहब जी को पेश किया। गुरु तेग बहादुर साहब ने बहुत गुस्से जदों उसे देखा, वापस देखा, वो फिर देखा वो धीरमल को जो ग्रंथ दिता सी वो अज तक सुरक्षित है, उन्होंने तालियां च रखे, पर साडे कोल कोई खजाना नहीं रहा, कोई पुरातन चीज नहीं रही। ये साडी कमेटी का हाल है। असीं किहनूं पुछांगे? साध संगत जी अपनी उम्र का पता नहीं, जदों 50 पता पार कर जाता उदों आने वाले स्वास का नहीं पता होता, पहला भी पता नहीं वैसे तो, पर बाद ये पता। पर अपनी कौम की नज़र कुछ कर जाइए, अपने बच्चों की कुछ कर जाइए कि बड़ा जरूरी है, तो असीं इन्हां बजुर्गों को याद कर पावांगे। वरना कि किते रिवाज ना बन जाए कि असीं अखंड पाठ कराया ते याद किया कि जो साडे बजुर्गों के अखलाक सन परमात्मा के दातों मिले हुए। कभी इहो ਜਿਹੇ बजुर्गों ने करतार तो बेमुख सिखां नूं मूंह नहीं लाया, ਉਹਦੀ ਹੈਲਪ नहीं की, ਉਹਦੀ ਸਪੋਰਟ ਤੇ ਨਹੀਂ ਖੜੇ ਹੋਏ। ਅੱਜ ਵੀ ਜਿਹੜੇ ਅਖਲਾਕ ਤੋਂ ਡਿੱਗੇ ਹੋਏ ਲੋਕ ਨੇ ਸਾਡੀ ਕੌਮ ਨੂੰ ਵੇਚ ਰਹੇ ਨੇ, ਖਾ ਰਹੇ ਨੇ, ਜ਼ਮੀਨਾਂ ਗੁਰੂ ਘਰ ਦੀਆਂ ਵੇਚ ਕੇ ਖਾ ਰਹੇ ਨੇ, ਆਪਣੇ ਨਾਲ ਕਰਵਾ ਰਹੇ ਨੇ। ਅੰਬ ਸਾਹਿਬ ਦੀ ਗੁਰਦੁਆਰਾ, ਇਤਿਹਾਸਕ ਗੁਰਦੁਆਰਾ ਮੋਹਾਲੀ ਦੇ ਵਿੱਚ ਉਹ ਪਿੱਛੇ ਚਲੇ ਗਿਆ। ਉਹਦਾ ਫਰੰਟ ਜਿਹੜਾ ਮੱਕੜ ਨੇ ਵੇਚ ਤੱਕ ਬਾਦਲ ਨੂੰ, ਤੇ ਬਾਦਲ ਨੇ ਆਪਣੇ ਚਹੇਤਿਆਂ ਨੂੰ ਦੇ ਦਿੱਤਾ, ਉੱਥੇ ਮਾਲ ਬਣ ਗਿਆ ਬਹੁਤ ਵੱਡਾ, ਗੁਰੂ ਘਰ ਦੀਆਂ ਜ਼ਮੀਨਾਂ ਵੇਚੀ ਜਾਂਦੇ। तो ये बचा लो सारा कुछ। ये नरैणों मंत ने जमीन नहीं सी बेचियां, ये उन्होंने मंत्रा दी जमीन दित्तियां ने जिहड़ियां 20,000 एकड़ जमीन साडे कोल है, उन्होंने मंत्रा दी बनाईयां होईयां, ये सब होर कितों नहीं आईयां। महाराजा रणजीत सिंह ने जमीन दी सी ननकाना साहब नूं, उसे तरह पई मुसलमान नहीं को हक ला सकिया 1 इंच जमीन नूं, तो साडे आपे लीज से आपे ले जाते। जे 99 साल की लीज से कोई गुरु घर की जमीन ले लूगा तो कौन छुड़ाऊगा, कदों छुड़ाऊगा, किहदे तो छुड़ाऊगा? तो कुछ सोच समझ के अपना भविख बनाइए। महाराज कृपा करे, सच्चे पातशाह परिवार से कृपा करे, अपने बजुर्गों को जिस तरह याद करते हैं इन्होंने अखलाक बख्शे, इस तरह अपने बजुर्गों को याद करते रहे कि सानू भी साडे वर्गियां मत आउंदी रहे। गुरु महाराज कहंदे बबाणियां कहानियां पुत सुपुत करे, जो सतगुर पावे सो माने, सही कर्म करे। तो असीं वो कर्म करिए जिहड़े साडे बजुर्गों ने सानू दसे। तो समूह संगत का बहुत बहुत धन्नवाद जी। वाहिगुरू जी का खालसा, एक बहादुर सिमरिया घर नौ नित आवे ताए, सब थाई होए सहाय। 10वें पातशाह साहिब श्री गुरु गोबिंद सिंह साहिब जी सब थाई हो जी सहाय। 10वां पातशाह दे आत्मिक स्वरूप धन सतगुरु गुरु ग्रंथ साहिब जी दे पाठ दर्शन कीता।
ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸਾਰਿਆਂ ਨਾਲ ਤਨ ਚੁਰਵਾਏ ਗੁਰਦੁਆਰਿਆਂ ਦੀ ਸੇਵਾ ਹਿਤ ਕੁਰਬਾਨੀਆਂ ਕੀਤੀਆਂ ਆਪ ਚੰਗੀਆਂ ਸਿੰਘਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਬਸ ਬੇਨਤੀ ਹੈ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ 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 ਹੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰੇ ਸੇਵਾ ਸੰਭਾਲ ਦਾ ਦਾਨ ਪੰਥ ਖਾਲਸੇ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਨੂੰ ਆਸਰਾ ਦੇਣ ਵਾਲੇ ਸੱਚੇ ਪਿਤਾ ਵਾਹਿਗੁਰੂ। ਧੰਨ 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 ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ ਪ੍ਰਤੱਖ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਗੁਰ ਭਾਵੇ ਸੋ ਮਨ ਲੈਨ ਸ੍ਰੀ ਕਰਮ ਕਰੇਨ। ਆਪ ਜੀ ਦੇ ਦਰ ਕਰਦੇ ਸੇਵਕ ਭਾਈ ਕਰਤਾਰ ਸਿੰਘ ਜੀ ਵਾਰ ਇਕੱਤਰਤ ਹੋ ਕੇ ਪਰਸੋਂ ਰੋਜ਼ ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਗ੍ਰਹਿ ਵਿਖੇ ਪਵਾ ਕੇ ਸੇਵਕ ਪਰਿਵਾਰ ਵੱਲੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ। ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਈ ਹੈ। ਭੋਗ ਪਏ ਨੇ ਸਤਿਗੁਰੂ ਜੀ ਉਪਰੰਤ ਆ ਕੇ ਹਲਤ ਪਲਤ ਚੜ੍ਹਦੀਆਂ ਕਲਾਂ ਵਿੱਚ ਰੱਖੋ। ਸਤਿਗੁਰੂ ਗੁਰਬਾਣੀ ਜਾਪ ਕਰਦੇ ਆ ਪਿਛਲਾ ਸਮਾਂ ਸੁਖ ਸ਼ਾਂਤੀ ਨਾਲ ਬਤੀਤ ਹੋਇਆ ਹੈ। ਆਉਣ ਵਾਲਾ ਸਮਾਂ ਸੁਖ ਸ਼ਾਂਤੀ ਨਾਲ ਬਤੀਤ ਕਰਾਉਣਾ। ਸਤਿਗੁਰੂ ਧਰਮ ਦਾ ਵਾਧਾ ਕਰਨਾ ਪਤਲ ਪੁਣੇ ਤੋਂ ਕੌਮ ਨੂੰ ਬਚਾਉਣਾ। ਮੇਰ ਪਰ ਹੱਥ ਸਿਰ ਤੇ ਰੱਖਣਾ ਸਤਿਗੁਰੂ ਜੀ। ਆਪ ਜੀ ਨੂੰ ਪਰਿਵਾਰ ਵੱਲੋਂ ਸੁੰਦਰ ਰੁਮਾਲੇ ਪਲਕਾਂ ਸਮੇਤ ਪਹਿਨਾਏ ਗਏ ਨੇ। ਆਪ ਜੀ ਨੇ ਅੰਗੀਕਾਰ ਕੀਤੇ ਨੇ ਸੇਵਕਾਂ ਦੇ ਸਰਬ ਪਰਦੇ ਢੱਕਣੇ। ਸਤਿਗੁਰੂ ਜੀ ਬੇਅੰਤ ਮਾਇਆ ਦੇ ਕੱਪੇ ਗੁਰਬਾਣੀ ਦੇ ਸਤਿਕਾਰ ਵਜੋਂ ਕਥਾ ਕੀਰਤਨ ਦੇ ਸਤਿਕਾਰ ਵਜੋਂ ਅਰਦਾਸ ਹੋਏ ਨੇ। ਜਿਨ੍ਹਾਂ ਖਜ਼ਾਨੇ ਚ ਮਾਇਆ ਆਈ ਖਜ਼ਾਨਾ ਬੇਅੰਤ ਸੰਗਤਾਂ ਹਾਜ਼ਰੀਆਂ ਭਰੀਆਂ। ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਦਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਪਰਿਵਾਰ ਵਿੱਚੋਂ ਆਦਾਂ ਵਿਆਦਾਂ ਉਪਾਦਾਂ ਦਾ ਨਾਸ ਕਰਨਾ। ਹਰ ਪ੍ਰਕਾਰ ਆਨੰਦ ਮੰਗਲ ਜੈ ਜੈਕਾਰ ਕਰਨੀ। ਦੇਸ਼ਾਂ ਪ੍ਰਦੇਸ਼ਾਂ ਵਿੱਚ ਆਪ ਸਹਾਈ ਹੋਣਾ। ਸਤਿਗੁਰੂ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਇਸ ਵੇਲੇ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਸੁਮਾ ਵਾਹਿਗੁਰੂ ਵਾਹਿਗੁਰੂ ਜਪੇ ਖਾਵੇ ਖਰਚੇ ਰਲ ਮਿਲ ਭਾਈ। ਤੋੜ ਨ ਆਵੇ ਵੱਧ ਦੋ ਜਾਈ। ਕਰੋ ਕਿਰਪਾ ਸਤਿਗੁਰੂ ਜੀ ਆਈਆਂ ਹੋਈਆਂ ਸੰਗਤਾਂ ਨੂੰ ਪਰਿਵਾਰ ਨੂੰ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਨਿਹਾਲ ਕਰੋ। ਜੋ ਜੀ ਆਪ ਜੀ ਦੇ ਦਰ ਤੇ ਆਵੇ ਸੁਰਾਰੀ ਜਾਵੇ ਸੁਖ ਹੋਵੇ ਨਾਮ ਚਿਤ ਆਵੇ ਨਾਮ ਨਾਮ ਦੋਹਰਾ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ। ਤਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਨਾਮ ਕੀਤੇ। ਜੋ ਪ੍ਰਭ ਕੋ ਮਿਲ ਕੋ ਚਾਹੈ ਕੋਇ ਵਾਰ ਹੋਏ ਸੋ ਮਿਲੇਂਗੇ ਭਜੇ ਸਨ ਜੋ ਹੋਏ। ਵਾਹਿਗੁਰੂ ਨਾਮ ਨਿਹਾਰਿਆ ਜੋ ਸ਼ਰਧਾ ਕਰ ਸੇਵਤ ਗੁਰ ਪਾਰ ਉਤਾਰਨਾ। ਜੋ ਸ਼ਰਧਾ ਕਰ ਸੇਵਤ ਗੁਰ ਪਾਰ ਉਤਾਰਨਾ। ਜੋ ਗੁਰੇ ਸੋ ਨਿਹਾਲ। ਸਤਿਨਾਮ ਸ੍ਰੀ ਵਾਹਿਗੁਰੂ ਜੀ।
ਸੇਵੀਐ ਐਨ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਕਸਮ ਦੀ ਨੂਰ ਅਰਸੋਂ ਪੁਰਸੋਂ ਚੜ੍ਹੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟੀਐ ਸਚਣ ਸੱਚਾ ਪਾਤਸ਼ਾਹ ਨਿਰਸਾਹ ਨੈਸਾ ਜਿਸ ਪਾਸ ਬੈਠਿਆ ਸੁਜੀ ਤਿਲੰਗ ਘਰ ਦੂਜਾ ਮਹੱਲਾ ਪੰਜੂਜਾ ਨਾਹੀ ਕੋਏ ਗੁਰ ਤੇਰੀ ਮਨ ਟੇਕ ਸਦਾ ਸਦਾ ਨਾਹੀ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਸਭ ਉਪਰ ਪਾਰ ਬ੍ਰਹਮ ਦਾਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੋਵਨਹਾਰ ਅਗਮ ਅਗਾਧ ਊਚ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਦੂਰਾ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਆਸ਼ੋਂ ਦੂਰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲੰਗ ਘਰ ਦੂਜਾ ਤੇਰਾ ਜੋਰ ਤੇਰੀ ਮਨ ਟੇਕ